ਸਵਾਗਤ ਹੈ ਜੀ ਗਲੋਬਲ ਪੰਜਾਬ ਟੀਵੀ ਤੇ। ਇਸ ਵਕਤ ਦੀ ਸਭ ਤੋਂ ਜਿਹੜੀ ਅਹਿਮ ਖਬਰ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਕੱਲ ਜੋ ਪੁਲਿਸ ਦੇ ਨਾਲ ਪ੍ਰਦਰਸ਼ਨਕਾਰੀਆਂ ਦਾ ਕਲੈਸ਼ ਹੋਇਆ ਸੀ, ਉਹਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵੱਲੋਂ ਇੱਕ FIR ਦਰਜ ਕੀਤੀ ਗਈ ਆ। ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਧਾਰਾਵਾਂ ਨੇ ਔਰ ਕਿੰਨਾ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਤੁਹਾਨੂੰ ਦੱਸ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜੀ ਧਾਰਾ ਲਗਾਈ ਗਈ ਹੈ 100 IPC ਦੀ, ਜਿਹੜੀ 147, 48, 49, 86, 88 ਲਗਾਈ ਗਈ ਹੈ। ਉਸ ਤੋਂ ਬਾਅਦ 332 ਆਰਮਸ ਐਕਟ ਲਗਾਇਆ ਗਿਆ और प्रिवेंशन ऑफ डैमेज ऑफ पब्लिक जी प्रॉपर्टी एक्ट वो लगाया गया। तो ये दस दईए कि दंगे भड़काउण की कोशिश 120B धारा जी है कि साजिश रचन की कोशिश 188 जी कानून की उलंघना करने की कोशिश 147 ते 48 है कि 5 जणियां तो वध जाके जिहड़े लोकां ने जिहड़ा अपना प्रदर्शन किया जां जिहड़ा डैमेज होया जां जिहड़े रोड्स ने वो होए ने। तो ये धारावां जिहड़ियां दर्ज कीतियां गईयां ने। सब तो पहला जिहड़ी FIR दे विच नाम ने ਉਹ ਤੁਹਾਨੂੰ ਦੱਸ ਰਹੇ ਹਾਂ। FIR ਦੇ ਵਿੱਚ ਜਿਹੜੇ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਨੇ ਗੁਰਚਰਨ ਸਿੰਘ, ਉਹਨਾਂ ਦਾ ਨਾਮ ਹੈ ਪਹਿਲੇ ਨੰਬਰ ਤੇ ਗੱਲ ਕੀਤੀ ਜਾਵੇ। ਦੂਸਰੇ ਤੇ ਬਲਵਿੰਦਰ ਸਿੰਘ ਜਿਹੜੇ ਇਸ ਮੋਰਚੇ ਦੇ ਵਿੱਚ ਐਡਵੋਕੇਟ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ, ਉਹਨਾਂ ਦਾ ਜਿਹੜਾ ਨਾਮ ਸ਼ਾਮਲ ਹੈ ਔਰ ਲੋਕ ਅਧਿਕਾਰ ਲਹਿਰ ਦੇ ਨਾਲ ਉਹ ਸੰਬੰਧਿਤ ਨੇ। ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰ ਨੇ, ਉਹਨਾਂ ਦੇ ਉੱਪਰ ਜਿਹੜੀ ਦਰਜ ਕੀਤੀ ਗਈ ਹੈ। ਐਡਵੋਕੇਟ ਦਲਸ਼ੇਰ ਸਿੰਘ ਨੇ, ਉਹਨਾਂ ਦੇ ਉੱਪਰ FIR ਦਰਜ ਹੋਈ ਹੈ ਔਰ ਜਸਵਿੰਦਰ ਸਿੰਘ ਜਿਹੜੇ ਰਾਜਪੁਰਾ ਨੇ, ਉਹਨਾਂ ਦੇ ਉੱਪਰ ਬਾਈ ਨੇਮ FIR ਦਰਜ ਹੋਈ ਹੈ। ਇਸ ਦੇ ਨਾਲ ਹੀ ਇੱਕ ਜਿਹੜਾ 8 ਨੰਬਰ ਤੇ ਹੈ ਉਹਨੂੰ ਅਣਪਛਾਤਾ ਰੱਖਿਆ ਗਿਆ। 8 ਨੰਬਰ ਜਿਹੜਾ ਕਾਲਮ ਹੈ ਉੱਥੇ ਅਣਪਛਾਤਾ ਉਹਨੂੰ ਰੱਖਿਆ ਗਿਆ। ਤਾਂ ਫਿਲਹਾਲ ਜਿਹੜੇ ਮੋਰਚੇ ਦੇ ਆਗੂਆਂ ਨੇ ਵੀ ਜੋ ਗੱਲ ਰੱਖੀ ਹੈ ਇਸ ਨੂੰ FIR ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। देखो जी, एक ਜਿਹੜੇ ਇਹਨਾਂ ਨੇ ਪ੍ਰਬੰਧਕਾਂ ਦੇ ਨਾਮ ਪਾਏ ਨੇ ਉਹਨਾਂ ਵਿੱਚੋਂ ਗੁਰਚਰਨ ਸਿੰਘ ਜੀ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਨੇ, ਬਲਵਿੰਦਰ ਸਿੰਘ ਲੋਕ ਅਧਿਕਾਰ ਤੋਂ, ਅਮਰ ਸਿੰਘ ਚਾਲ ਜਿਹੜੇ ਸੀਨੀਅਰ ਐਡਵੋਕੇਟ ਨੇ, ਮੇਰਾ ਨਾਮ ਹੈ ਦਿਲਸ਼ੇਰ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਰਾਜਪੁਰਾ ਮੇਰੇ ਨਾਲ ਖੜੇ ਨੇ, ਇੱਕ ਰੁਪਿੰਦਰ ਸਿੰਘ ਉਹ ਵੀ ਲੋਕ ਅਧਿਕਾਰ ਤੋਂ। ਉਸ ਤੋਂ ਬਾਅਦ 8ਵਾਂ ਤੇ ਜਾ ਕੇ ਅਨਨੋਨ ਕਰ ਗਏ ਨੇ। ਮੀਨਿੰਗ ਦੇਰ ਵਾਏ ਇਹਨਾਂ ਨੇ ਖਾਲੀ ਰੱਖਿਆ ਹੈ ਇਹ ਖਾਨਾ। ਸੈਕਸ਼ਨਸ ਜਿਹੜੇ ਨੇ ਉਹ ਇਹਨਾਂ ਨੇ ਕੋਟ ਕੀਤੇ ਨੇ 147, 148, 149, 186, 188, 323, 353, 323 ਤੇ 307, 392, 397, 427, 120B, ਆਰਮਸ ਐਕਟ ਦੇ 25, 54, 59, ਪ੍ਰੀਵੈਂਸ਼ਨ ਆਫ ਪਬਲਿਕ ਪ੍ਰੋਪਰਟੀ ਡੈਮੇਜ ਐਕਟ ਦਾ ਸੈਕਸ਼ਨ 3। ਇਹਨੂੰ ਅਸੀਂ ਕਲੀਅਰ ਕਰਦੇ ਹਾਂ ਕਿ ਇਹ ਗਵਰਨਮੈਂਟ ਨੂੰ ਇਹ ਪਤਾ ਹੈ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਤੇ ਪੰਜਾਬ ਐਡਮਿਨਿਸਟ੍ਰੇਸ਼ਨ ਨੂੰ ਵੀ। ਇਹਨਾਂ ਤੋਂ 4 ਬੰਦੇ ਅਮਰ ਸਿੰਘ ਚਾਲ, ਬਲਵਿੰਦਰ ਸਿੰਘ ਰਾਜਪੁਰਾ ਸਾਹਿਬ ਤੇ ਮੈਂ ਦਿਲਸ਼ੇਰ ਸਿੰਘ, ਸਾਡੀ 12:30 ਵਜੇ ਮੀਟਿੰਗ ਕੈਬਨਿਟ ਮਿਨਿਸਟਰ ਇੰਦਰਬੀਰ ਸਿੰਘ ਨਿੱਜਰ ਨਾਲ ਪੰਜਾਬ ਭਵਨ 'ਚ ਚੱਲ ਰਹੀ ਆ। ਜਦੋਂ ਜਥਾ ਇੱਥੋਂ ਚੱਲ ਗਿਆ ਸੀ, ਅਸੀਂ ਇੱਥੋਂ ਇੱਕ ਗੱਡੀ 'ਚ ਗਏ ਆ ਜਿਹੜੀ ਰਾਜਪੁਰਾ ਸਾਹਿਬ ਦੀ ਸੀ, ਇਨੋਵਾ ਗੱਡੀ। ਉਸ ਤੋਂ ਪਹਿਲਾਂ ਉੱਥੇ IG ਭੁੱਲਰ ਜਿਹੜੇ ਪੰਜਾਬ ਦੇ ਨੇ, ADGP ਅਰਪਿਤ ਸ਼ੁਕਲਾ ਔਰ ਬਹੁਤ ਸੀਨੀਅਰ ਆਫਿਸਰ, ਡਾਇਰੈਕਟਰ ਪ੍ਰੋਸੀਕਿਊਸ਼ਨ ਪੰਜਾਬ। ਉਸ ਤੋਂ ਬਾਅਦ ਕੈਬਨਿਟ ਮਿਨਿਸਟਰ ਇੰਦਰਬੀਰ ਸਿੰਘ ਨਿੱਜਰ ਔਰ ਪੰਜਾਬ ਦੇ ਇੰਟੈਲੀਜੈਂਸ ਦੇ ਇੱਕ IPS ਆਫਿਸਰ ਸਨ ਵਿਰਦੁਲ, ਤੇ CID ਦਾ DSP ਰਾਮ ਗੋਪਾਲ ਉੱਥੇ ਅਵੇਲੇਬਲ ਸੀ। ਹੋਰ ਜਿਹੜੇ ਛੋਟੇ ਅਧਿਕਾਰੀ ਵੀ ਉੱਥੇ ਅਵੇਲੇਬਲ ਸੀ। ਹੁਣ ਜਿਹੜੀ ਇਹ ਸਾਡੇ ਤੇ ਐਲੀਗੇਸ਼ਨ ਲਾਤੀ ਆ ਕਿ ਇਹਨਾਂ ਨੇ ਆ ਕੇ ਬਾਈ ਨੇਮ FIR ਕੱਟੀ ਆ ਕਿ ਇਹਨਾਂ ਨੇ ਕੋਈ ਐਕਸ਼ਨ ਕੀਤਾ। ਕੋਈ ਤੁਸੀਂ ਸਾਰਿਆਂ ਨੇ ਕੱਲ ਐਕਟ ਕਵਰ ਕੀਤਾ ਹੈ, ਜੋ ਵੀ ਹੋਇਆ ਸੀ ਇਹ ਗੱਲ ਤੋਂ ਡਿਨਾਈ ਨਹੀਂ ਕਰਦੇ ਕਿ ਉੱਥੇ ਕਲੈਸ਼ ਹੋਈ ਆ। ਕਲੈਸ਼ ਪ੍ਰਵੋਕ ਕਿਹਨੇ ਕੀਤੀ ਆ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇ ਅਸੀਂ 7 ਜਨਵਰੀ ਦੀ ਕਾਲ ਦਿੱਤੀ, ਲੱਖਾਂ ਦੀ ਸੰਗਤ ਸੀ, ਜਿੱਥੇ ਬੈਰੀਕੇਡ ਨੂੰ ਕਿਹਾ ਲਾਤੇ ਬੈਰੀਕੇਡ, ਉੱਥੇ ਅਸੀਂ ਸ਼ਾਂਤਮਈ ਬੈਠੇ ਹਾਂ ਔਰ ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਬੈਠੇ ਹਾਂ। 26 ਜਨਵਰੀ ਦੀ ਕਾਲ ਦਿੱਤੀ, ਲੱਖਾਂ ਦੀ ਸੰਗਤ ਆਈ, ਕੋਈ ਡਿਸਪਲਿਨ ਭੰਗ ਨਹੀਂ ਹੋਇਆ। ਅਸੀਂ ਆਰਾਮ ਨਾਲ ਆਪਣੇ ਮੋਰਚੇ ਤੇ 18 ਕਿਲੋਮੀਟਰ ਦਾ ਪੰਧ ਪੂਰਾ ਪਾਰ ਕਰਕੇ ਸ਼ਾਂਤਮਈ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਫਿਰ ਇੱਥੇ ਆ ਕੇ ਬੈਠੇ ਹਾਂ। ਜਦੋਂ ਅਸੀਂ 3 ਤਰੀਕ ਨੂੰ ਐਲਾਨ ਕਰਤਾ ਕਿ ਜੇ ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ, ਕਿੱਡੀ ਲਾਲੈਸਨੈਸ ਗੱਲ ਆ ਕਿ 31 ਨੰਬਰ FIR ਸੁਹਾਣੇ ਥਾਣੇ ਦੀ 1998 ਦੀ ਪੈਂਡਿੰਗ ਹੋਵੇ। 27 ਸਾਲ ਤੋਂ ਬੰਦਾ ਕਸਟਡੀ 'ਚ ਆ ਪੁਲਿਸ ਦੀ, ਤਿਹਾੜ ਜੇਲ੍ਹ 'ਚ ਆ ਔਰ ਕੋਰਟ ਹੁਕਮ ਕਰਦੇ ਨੇ ਬਾਰ-ਬਾਰ SSP ਮੋਹਾਲੀ ਨੂੰ
ਕਿ ਉਹਨਾਂ ਦੀ ਪ੍ਰੋਟੈਕਸ਼ਨ ਕਰੋ ਹਰ ਹਾਲ 'ਚ। ਉਹ ਐਗਜ਼ੈਕਟਿਵ ਦਾ ਡਿਊਟੀ ਬਣਦੀ ਆ ਜਿਹੜਾ ਕੋਰਟ ਦੇ ਆਰਡਰ ਨੂੰ ਮੰਨਣ ਦੀ, ਓਬੇ ਕਰਨ ਦੀ, ਪਰ ਨਹੀਂ ਕੀਤੀ ਜਾ ਰਹੀ। ਇਸ ਰੋਸ਼ ਵਜੋਂ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਸੀਐਮ ਸਾਹਿਬ ਦੀ ਰੈਜ਼ੀਡੈਂਸ 'ਤੇ ਜਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਔਰ ਅਰਦਾਸ ਕਰਾਂਗੇ ਕਿ ਹੇ ਸੱਚੇ ਪਾਤਸ਼ਾਹ ਇਸ ਸੀਐਮ ਨੂੰ ਸਮੱਤ ਬਖਸ਼ ਤੇ ਇਨਸਾਫ ਕਰਨ ਦੀ ਹਿੰਮਤ ਦੇ। ਇਸ 'ਚ ਕਿਹੜੀ ਮਾੜੀ ਗੱਲ ਸੀ? ਜਦੋਂ ਅਸੀਂ ਪਹਿਲੇ ਦਿਨ ਗਏ ਆ, ਵਿਦਨ 5 ਮਿੰਟਸ 52-53 ਦੇ ਬੈਰੀਅਰ ਤੇ ਸਾਡੇ ਜਥੇ ਨੂੰ ਅਰੈਸਟ ਕੀਤਾ ਗਿਆ, ਡਿਟੇਨ ਕਰਕੇ 36 ਪੁਲਿਸ ਸਟੇਸ਼ਨ 'ਚ ਰੱਖਿਆ ਗਿਆ। ਉਸ ਤੋਂ ਬਾਅਦ ਆਪਦੀ ਗੱਡੀ 'ਚ ਉਹ ਇੱਥੇ ਛੱਡ ਗਏ ਨੇ। ਉਹਨਾਂ ਨੇ ਕੋਈ ਕਲੰਦਰਾ ਨਹੀਂ ਕੱਟਿਆ, ਕੋਈ FIR ਨਹੀਂ ਕੱਟੀ, ਕਿਉਂਕਿ ਕੋਈ ਵਾਇਲੇਸ਼ਨ ਨਹੀਂ ਕੀਤੀ ਗਈ ਸੀ। ਸੈਕਿੰਡ ਡੇ ਫਿਰ ਇੱਦਾਂ ਹੋਇਆ, 2 ਘੰਟੇ ਉਹਨਾਂ ਨੇ ਜਲੀਲ ਕੀਤਾ ਉੱਥੇ। ਕਦੀ ਅਸੀਂ ਡਿਟੇਨ ਨਹੀਂ ਕਰਦੇ, ਤੁਹਾਨੂੰ ਜਾਣ ਨਹੀਂ ਦਿੰਦੇ। ਅਸੀਂ ਉਹਨਾਂ ਨੂੰ ਇੱਕ ਹਵਾਲਾ ਦਿੱਤਾ ਕਿ ਤੁਸੀਂ 144 CRPC ਦੀ ਗੱਲ ਕਰਦੇ ਆ। 144 CRPC 5 ਤੋਂ ਵੱਧ ਬੰਦੇ ਜੇ ਕਿਸੇ ਤੇ ਪ੍ਰੋਟੈਸਟ ਕਰਦੇ ਨੇ, ਕਿਸੇ ਇਕੱਠੇ ਹੋ ਗਏ ਇੱਕ ਜਗ੍ਹਾ ਤੇ, ਉਹਦੇ ਤੇ ਅਟਰੈਕਟ ਹੁੰਦੀ ਆ। ਅਸੀਂ 5 ਜਥਿਆਂ ਦਾ ਪੈਦਲ ਭੇਜਦੇ ਆ ਇੱਥੋਂ। ਇੱਕ ਗੱਡੀ ਤੁਸੀਂ ਆਪਣੀ ਅੱਗੇ ਲਾ ਲਓ, ਇੱਕ ਪਿੱਛੇ ਲਾ ਲਓ ਜਥੇ ਦੇ। ਜਦੋਂ 5 ਬੰਦਿਆਂ ਦਾ ਜਥਾ ਉੱਥੇ ਪਹੁੰਚ ਜਾਏਗਾ, ਆਪਣੀ ਅਰਦਾਸ ਕਰ ਲੇਗਾ, ਉਹ ਵਾਪਸ ਆ ਜਾਏਗਾ, ਅਗਲਾ ਜਥਾ ਫਿਰ ਭੇਜ ਦਾਂਗੇ। ਦੇਖੋ, ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਨੇ ਫੈਸੀਲੇਟਰ ਬਣਨਾ ਹੈ ਕੌਮੀ ਇਨਸਾਫ ਮੋਰਚੇ ਦੇ ਵਿੱਚ ਤੇ ਗਵਰਨਮੈਂਟ ਦੇ ਵਿੱਚ। ਉਹ ਆਥੋਰਟੇਰੀਅਨ ਰੂਲ ਤੇ ਆਏ। ਉਹਨਾਂ ਨੇ ਕੱਲ ਜੋ ਸਾਨੂੰ ਜਲੀਲ ਕੀਤਾ ਹੈ ਉੱਥੇ ਬਿਠਾ ਕੇ, ਸਾਡਾ ਰਾਈਟ ਜਿਹੜਾ ਕੌਨਸਟੀਟਿਊਸ਼ਨ ਆ ਉਹ ਰਾਈਟ ਟੂ ਮੂਵਮੈਂਟ ਦੀ ਗੱਲ ਕਰਦਾ। ਜੇ ਅਸੀਂ 5 ਬੰਦੇ ਰਾਈਟ ਟੂ ਮੂਵਮੈਂਟ ਦਾ ਸਾਡਾ ਇਹ ਕਰਟੇਲ ਕਰਨਗੇ, ਸਾਡੀ ਸਪੀਚ ਨੂੰ ਕਰਟੇਲ ਕਰਨਗੇ, ਸਾਡਾ ਕੌਨਸਟੀਟਿਊਸ਼ਨਲ ਹੱਕ ਹੈ, ਡੈਮੋਕ੍ਰੇਸੀ ਦੀ ਸਪਿਰਿਟ ਆ ਕਿ ਅਸੀਂ ਆਪਣੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਸਕਦੇ ਹਾਂ। ਸਾਡੇ ਕੋਲ ਰੀਜ਼ਨਸ ਨੇ, ਜਵਾਬ ਦੇਣ। 26 ਸਾਲ ਤੋਂ ਕੇਸ ਕਿਉਂ ਪੈਂਡਿੰਗ ਨੇ? ਕਿਉਂ ਨਹੀਂ ਪ੍ਰੋਟੈਕਸ਼ਨ ਕਰਦੇ ਤੁਸੀਂ? ਮਤਲਬ ਕਿ ਤੁਸੀਂ ਰਾਮ ਰਹੀਮ ਦਾ ਐਗਜ਼ਾਮਪਲ ਦਿੰਦੇ ਆ। ਪੂਰੇ ਵਰਲਡ 'ਚ ਕੋਈ ਡੈਮੋਕ੍ਰੈਟਿਕ ਕੰਟਰੀ ਨਹੀਂ ਹੋਏਗੀ ਐਸੀ ਕਿ ਕਿਸੇ ਨੂੰ ਪਰੋਲ ਦਿੱਤੀ ਜਾਵੇ ਗੈਰ ਕਾਨੂੰਨੀ ਤੌਰ ਤੇ। ਆਪਣੇ ਟੈਂਪਰੇਰੀ ਰਿਲੀਜ਼ ਐਕਟ 'ਚ ਚੇਂਜਿਸ ਕੀਤੀਆਂ ਜਾਣ ਉਹਨੂੰ ਪਰੋਲ ਦੇਣ ਲਈ, ਔਰ ਨਾਲ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ ਨੇ। ਜੇ ਜੱਗੂ ਭਗਵਾਨਪੁਰੀਏ ਨੂੰ ਤਿਹਾੜ ਜੇਲ੍ਹ 'ਚੋਂ ਲਿਆਉਣਾ ਉਹਦੇ ਲਈ ਤੁਹਾਡੇ ਕੋਲ ਬੰਕਰਬੰਦ ਗੱਡੀਆਂ ਨੇ। ਜੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆਉਣਾ ਤੁਹਾਡੇ ਕੋਲ ਸਾਰੇ ਪ੍ਰਬੰਧ ਨੇ। ਜੇ ਹੈਰੀ ਚੱਠੇ ਨੂੰ ਲਿਆਉਣਾ ਤੁਹਾਡੇ ਕੋਲ ਸਾਰੇ ਪ੍ਰਬੰਧ ਨੇ। ਜਦੋਂ ਕੌਮ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਦੀ ਗੱਲ ਆਉਂਦੀ ਆ, ਤੁਸੀਂ ਕਹਿੰਦੇ ਹੋ ਲਾਅ ਐਂਡ ਆਰਡਰ ਖਰਾਬ ਹੋ ਜਾਏਗਾ। IP ਰਿਪੋਰਟ ਨਹੀਂ ਦਿੰਦੀ, ਰॉ ਨਹੀਂ ਰਿਪੋਰਟ ਦਿੰਦੀ। ਇਹ ਗੱਲਾਂ ਤੁਸੀਂ ਮੈਨੇਜ ਕਰਨੀਆਂ ਨੇ, ਅਸੀਂ ਨਹੀਂ ਕਰਨੀਆਂ। ਤੁਹਾਡੀ ਡਿਊਟੀ ਬਣਦੀ ਆ। ਦਿੱਲੀ 'ਚ ਕਿਉਂ ਰੱਖਿਆ ਹੈ? ਕਿਹੜੀ ਗੱਲੋਂ ਦਿੱਲੀ 'ਚ ਰੱਖਿਆ? 3 ਕੇਸ ਸੀ, 3 ਕੇਸ ਡਿਸਚਾਰਜ। 2 ਕੇਸ ਡਿਸਚਾਰਜ ਹੋਏ ਨੇ, 1 ਕੇਸ 'ਚ ਐਕਵਿਟਲ ਹੋਈ ਆ। ਮੀਨਿੰਗ ਦੇਅਰ ਬਾਏ ਲਾ ਇਹ ਕਹਿੰਦਾ ਹੈ ਕਿ ਜਿਸ ਜੂਰਿਸਡਿਕਸ਼ਨ 'ਚ ਕੇਸ ਪੈਂਡਿੰਗ ਹੋਣਗੇ ਉਸ ਕੋਰਟ ਦੀ ਜੂਰਿਸਡਿਕਸ਼ਨ ਦੀ ਜੇਲ੍ਹ 'ਚ ਰੱਖਿਆ ਜਾਣਾ ਚਾਹੀਦਾ। ਜਾਂ ਰੋਪੜ ਰੱਖੋ, ਜਾਂ ਚੰਡੀਗੜ੍ਹ ਬੁੜੈਲ ਜੇਲ੍ਹ ਰੱਖੋ। ਤਿਹਾੜ ਜੇਲ੍ਹ 'ਤੇ ਰੱਖਣ ਦਾ ਕੀ ਮਤਲਬ ਬਣਦਾ? ਜਦੋਂ ਇਸ ਗੱਲ ਦਾ ਅਸੀਂ ਪ੍ਰੋਟੈਸਟ ਵਜੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਰੱਖਿਆ, ਤੇ ਕੱਲ੍ਹ ਦੀ ਜਿਹੜੀ ਇਨਸੀਡੈਂਟ ਆ, ਉਹਨਾਂ ਨੂੰ 2 ਗੱਲਾਂ ਕਰਨੀਆਂ ਚਾਹੀਦੀਆਂ ਸੀ ਐਡਮਿਨਿਸਟ੍ਰੇਸ਼ਨ ਨੂੰ। ਜਾਂ ਤੇ ਸਾਡੇ 5 ਜਥਿਆਂ ਨੂੰ ਭੇਜ ਦਿੰਦੇ, ਫੈਸੀਲੇਟ ਕਰਦੇ ਉਹਨਾਂ ਨੂੰ ਕਿ ਉਹ ਜਾ ਕੇ ਅਰਦਾਸ ਕਰ ਦਿੰਦੇ, ਜਾਂ ਉਹਨਾਂ ਨੂੰ ਅਰੈਸਟ ਕਰ ਲੈਂਦੇ, ਜਾਂ ਜੋ 2 ਦਿਨਾਂ ਤੋਂ ਜਿਹੜਾ ਲਾਲੈਸਨੈਸ ਕਰ ਰਹੇ ਨੇ ਡਿਟੇਨ ਕਰ ਲੈਂਦੇ। ਪਰ ਇਹ ਗੱਲ ਨਹੀਂ ਸੀ ਕਿ ਉਹਨਾਂ ਨੂੰ ਉੱਥੇ ਬੈਠਣ ਵੀ ਨਾ ਦਿੱਤਾ ਜਾਵੇ, ਉਹਨਾਂ ਨੂੰ ਰਾਹ ਵੀ ਨਾ ਦਿੱਤਾ ਜਾਵੇ। ਤੇ ਜੇ ਬੈਠਦੇ ਤੇ ਤੁਹਾਡੇ ਪੁਲਿਸ ਆਫੀਸਰਸ ਸਾਡੀਆਂ ਮਾਵਾਂ ਨੂੰ ਗੰਦੀਆਂ ਗਾਲਾਂ ਕੱਢਣਗੇ, ਨੌਜਵਾਨਾਂ ਨੂੰ ਪ੍ਰਵੋਕ ਕਰਨਗੇ। ਸਾਡੇ ਨੌਜਵਾਨ ਤੇ ਪੁਲਿਸ ਵਾਲੇ ਨੂੰ ਪਾਣੀ ਪਿਆਉਂਦੇ ਫਿਰਦੇ ਨੇ, ਲੰਗਰ ਛਕਾਉਂਦੇ ਫਿਰਦੇ ਨੇ, ਤੇ ਉਹ ਸਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣਗੇ। ਤੇ ਗਾਲਾਂ ਕੱਢਣ ਤੋਂ ਬਾਅਦ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਗਈਆਂ, ਉਹ ਫਿਰ ਸ਼ਾਂਤਮਈ ਬੈਠੇ ਰਹੇ। ਪਾਣੀ ਦੀਆਂ ਬੁਛਾਰਾਂ ਵੱਜੀਆਂ, ਤੁਹਾਡੇ ਤੇ ਵੀ ਵੱਜੀਆਂ ਪਾਣੀ ਦੀਆਂ ਬੁਛਾਰਾਂ, ਬੀਬੀਆਂ ਤੇ ਵੱਜੀਆਂ। ਕਦੀ ਇਹ ਇਤਿਹਾਸ 'ਚ ਸੁਣਿਆ ਕਿਸੇ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਬਜ਼ੁਰਗ ਔਰਤਾਂ ਨੂੰ ਮੇਲ ਪੁਲਿਸ ਆਫੀਸਰਸ ਨੇ ਡੰਡੇ ਮਾਰੇ ਆ? ਮੈਂ ਤੇ ਨਹੀਂ ਵੇਖ ਸਕਦਾ ਆਪਣੀ ਮਾਂ ਨੂੰ ਕਿ ਕੋਈ ਮੇਲ ਪੁਲਿਸ ਆਫੀਸਰ ਮੇਰੀ ਮਾਂ ਨੂੰ ਮੈਨ ਹੈਂਡਲ ਕਰੇ। ਦਲਸ਼ੇਰ ਜੀ, ਪੁਲਿਸ ਨੇ ਡੰਡੇ ਮਾਰੇ। 1 ਮਿੰਟ ਕੰਪਲੀਟ ਕਰ ਲੈਂਦੇ ਹੋ। ਜਦੋਂ ਡੰਡੇ ਮਾਰੇ ਉਹਨਾਂ ਨੇ, ਫਿਰ ਸ਼ਾਂਤਮਈ ਬੈਠੇ ਆ। ਜਦੋਂ ਉਹਨਾਂ ਨੇ ਦੁਬਾਰਾ ਗੱਲ ਕੀਤੀ ਹੈ, ਗੱਲ ਆਈ ਆ ਕਿ ਪ੍ਰਸ਼ਾਸਨ ਕਹਿੰਦਾ ਸੀ ਅਸੀਂ 5 ਬੰਦਿਆਂ ਨੂੰ ਭੇਜਾਂਗੇ। ਉਹਨਾਂ ਨੇ ਡਿਨਾਈ ਕਰਤਾ ਫਿਰ ਕਿ ਅਸੀਂ 5 ਬੰਦਿਆਂ ਨੂੰ ਕਿਹੜੇ ਕਾਨੂੰਨ ਦੀ ਗੱਲ ਕਰਦੇ ਆ? 44 ਤੇ ਅਟਰੈਕਟ ਹੀ ਨਹੀਂ ਹੋਈ। ਦੇ ਆਰ ਦੀ ਵਾਇਲੇਟਰਸ ਆਫ ਦੀ ਕਨਸਟੀਟਿਊਸ਼ਨ। ਉਹਨਾਂ ਨੇ ਸਾਡੀ ਰਾਈਟ ਟੂ ਮੂਵਮੈਂਟ ਨੂੰ ਕਰਟੇਲ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਵਾਟਰ ਕੈਨਨ ਚਲਾਇਆ। ਬਾਪੂ ਜੀ ਗੁਰਚਰਨ ਸਿੰਘ ਜੀ ਦੇ ਵਾਟਰ ਕੈਨਨ ਚੱਲਾ। ਬਲਵਿੰਦਰ ਸਿੰਘ ਦੀ DSP ਵਿਰਕ ਨੇ ਪੱਗ ਲਾਈ ਆ ਧੱਕਾ ਮਾਰ ਕੇ। ਉਸ ਤੋਂ ਬਾਅਦ ਸਾਰਾ ਮਾਹੌਲ ਖਰਾਬ ਹੋਇਆ। ਮੀਨਿੰਗ ਦੇਅਰ ਬਾਏ ਪੁਲਿਸ ਨੇ ਪ੍ਰਵੋਕ ਕੀਤਾ। ਸਾਰੇ ਕਲੇਸ਼ ਦੀ ਜ਼ਿੰਮੇਵਾਰੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਬਣਦੀ ਆ। ਇਹ ਜੇ ਇਹਨਾਂ ਨੇ FIR ਕੀਤੀ ਆ, ਅਸੀਂ ਵੀ ਕੰਪਲੇਂਟ ਦਿੰਦੇ ਅੱਜ। ਸਾਡੇ ਬੰਦੇ ਫੱਟੜ ਕੀਤੇ ਨੇ, 20 ਤੋਂ 25 ਸਾਡੇ ਬੰਦੇ ਫੱਟੜ ਹੋਏ ਨੇ।
ਅਸੀਂ ਉਹਨਾਂ ਦੀ ਕੰਪਲੇਂਟ ਦੇਵਾਂਗੇ, ਉਹਨਾਂ ਤੇ ਕਾਰਵਾਈ ਕਰਨ। ਦਲਸ਼ੇਰ ਜੀ, ਉਹਨਾਂ ਨੇ ਐਫਆਈਆਰ ਦੇ ਵਿੱਚ ਆਧਾਰ ਬਣਾਇਆ ਕਿ ਪੱਥਰਬਾਜ਼ੀ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜਾ ਉਹ ਹਥਿਆਰਾਂ ਦੇ ਨਾਲ ਹਮਲਾ ਉਹ ਪੁਲਿਸ ਦੇ ਉੱਤੇ ਨਾਲੇ ਕੀਤਾ 12 ਜਥੇਬੰਦੀ ਖਾਲਿਸਤਾਨੀ ਜਥੇਬੰਦੀ ਦਾ ਵੀ ਜ਼ਿਕਰ ਆਇਆ ਪ੍ਰੈਸ ਨੋਟ ਦੇ ਵਿੱਚ। ਦੇਖੋ 12 ਖਾਲਿਸਤਾਨ ਜਥੇਬੰਦੀ ਦੱਸਣ ਕਿਹੜੀਆਂ ਜਥੇਬੰਦੀਆਂ ਨੇ 12 ਖਾਲਿਸਤਾਨੀ ਜਥੇਬੰਦੀਆਂ। ਪ੍ਰਬੰਧਕਾਂ ਦੇ ਵਿੱਚ ਜਿਹੜੇ 7 ਨਾਮ ਦੱਸੇ ਨੇ, ਸਰਦਾਰ ਅਮਰ ਸਿੰਘ ਚਾਲ ਪਿਛਲੇ 52 ਸਾਲ ਤੋਂ ਹਾਈ ਕੋਰਟ 'ਚ ਪ੍ਰੈਕਟਿਸ ਕਰ ਰਹੇ ਨੇ, ਕਿਹੜੀ ਖਾਲਿਸਤਾਨ ਮੂਵਮੈਂਟ ਚਲਾ ਰਹੇ ਨੇ। ਮੈਂ ਪਿਛਲੇ 7-8 ਸਾਲ ਤੋਂ ਪ੍ਰੈਕਟਿਸ ਕਰ ਰਿਹਾ। ਅਸੀਂ ਇਸ ਕਾਨੂੰਨ ਦੀ ਜਿਹੜੀ ਆ ਸਿਸਟਮ ਦੇ ਨਾਲ ਕਰ ਰਹੇ ਆ, ਪ੍ਰੋਫੈਸ਼ਨ ਚਲਾ ਰਹੇ ਆ ਆਪਣਾ, ਕਿਹੜੀ ਖਾਲਿਸਤਾਨ ਮੂਵਮੈਂਟ ਆ। ਬਾਪੂ ਗੁਰਚਰਨ ਸਿੰਘ ਕਿਹੜੀ ਖਾਲਿਸਤਾਨ ਦੀ ਮੂਵਮੈਂਟ ਚਲਾ ਰਿਹਾ। ਬਲਵਿੰਦਰ ਸਿੰਘ ਇੱਕ ਸੀਡੀਪੀ ਦੀ ਪੋਸਟ ਨੂੰ ਰਿਜ਼ਾਈਨ ਕਰਕੇ ਪੰਜਾਬ ਪੁਲਿਸ ਦੀ 1,17,000 ਰੁਪਇਆ ਉਹਦੀ ਲਾਸਟ ਉਹਦੀ ਪੇਮੈਂਟ ਸੀ, ਉਹ ਛੱਡ ਕੇ ਗਰਕਦੇ ਪੰਜਾਬ ਨੂੰ ਬਚਾਉਣ ਲਈ ਉਹਨਾਂ ਨੇ ਪੰਜਾਬ ਲੋਕ ਲਹਿਰ ਬਣਾਇਆ, ਉਹਦੇ 'ਤੇ ਕੰਮ ਕਰ ਰਿਹਾ। ਰੁਪਿੰਦਰ ਗਵਰਨਮੈਂਟ EMPLOYEE ਨੂੰ ਛੱਡ ਕੇ ਉਹ ਅਨਬੇ ਪੇ ਲੀਵ ਤੇ ਆ, ਉਹ ਪੰਜਾਬ ਦੀ ਸੇਵਾ ਕਰ ਰਿਹਾ। ਨਸ਼ੇ ਦੇ ਖਿਲਾਫ ਉਹਨੇ ਬਹੁਤ ਵੱਡੀ ਮੂਵਮੈਂਟ ਚਲਾਈ ਪਈ ਆ। ਦੱਸੋ ਕਿਹੜਾ ਬੰਦਾ ਖਾਲਿਸਤਾਨੀ ਆ ਕਿ ਇੱਕ ਬੰਦੇ ਦਾ ਨਾਮ ਦੱਸਣ। ਪੱਥਰਬਾਜ਼ੀ ਦਾ ਵੀ ਜ਼ਿਕਰ, ਪੱਥਰਬਾਜ਼ੀ ਜਿਹੜੀ ਕੀਤੀ ਆ ਉਹ ਪੁਲਿਸ ਨੇ ਕਰਵਾਈ ਆ। ਅਸੀਂ ਅਨਨੋਨ ਬੰਦੇ ਕੁਝ ਅਸੀਂ ਫੜੇ ਸੀ ਔਰ ਪੁਲਿਸ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਈ ਬੰਦਾ ਧਨਾਸ ਤੋਂ ਆਇਆ, ਕੋਈ ਘਜੇੜੀ ਪਿੰਡ ਦਾ ਹੈ, ਉਹ ਪੱਥਰ ਉਹਨਾਂ ਨੇ ਮਾਰੇ ਨੇ, ਪ੍ਰਾਈਵੇਟ ਗੱਡੀਆਂ ਉਹਨਾਂ ਨੇ ਤੋੜੀਆਂ ਨੇ, ਉਹਨਾਂ ਨੇ ਪ੍ਰਵੋਕ ਕੀਤਾ ਹੈ ਔਰ ਕੁਝ ਪੱਥਰ ਉਹਨਾਂ ਨੇ ਪੁਲਿਸ ਵਾਲਿਆਂ ਦੇ ਵੀ ਮਾਰੇ ਨੇ। ਜਸਵਿੰਦਰ ਸਿੰਘ ਰਾਜਪੁਰਾ ਖਲੋਤੇ ਨੇ, ਇਹਨਾਂ ਦੇ ਸਿਰ ਤੇ ਪੱਥਰ ਵੱਜਾ। ਅਸੀਂ ਆਪਣੇ ਪੱਥਰ ਆਪ ਮਾਰਨੇ ਆ। ਅਸੀਂ ਜੇ ਪੱਥਰ ਮਾਰਨੇ ਹੁੰਦੇ ਤੇ 7 ਜਨਵਰੀ ਨੂੰ ਕਿਉਂ ਨਾ ਮਾਰੇ, 26 ਜਨਵਰੀ ਨੂੰ ਕਿਉਂ ਨਾ ਮਾਰੇ, 2 ਦਿਨ ਜਾਂਦੇ ਰਹੇ ਆ ਸ਼ਾਂਤਮਈ, ਉਦੋਂ ਕਿਉਂ ਨਾ ਮਾਰੇ। ਆਰਮਸ ਐਕਟ ਦੇ ਵੀ ਪਰਚੇ ਦਰਜ ਹੋਏ ਨੇ। ਆਰਮਸ ਐਕਟ ਦਾ ਪਰਚਾ ਬਿਲਕੁਲ ਗਲਤ ਕੀਤਾ। ਕਿਹੜਾ ਆਰਮਸ ਫੜਿਆ। ਹੁਣ ਇੱਕ ਗੱਲ ਨੂੰ ਯਕੀਨ ਕਰਨਾ, ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ 'ਚ ਬੇਨਤੀ ਕੀਤੀ ਆ, ਸਾਡੀ 12:30 ਵਜੇ ਤੋਂ ਲੈ ਕੇ 2 ਵਜੇ ਤੱਕ ਇੰਦਰਬੀਰ ਸਿੰਘ ਨਿੱਜਰ ਦੇ ਨਾਲ ਮੀਟਿੰਗ ਚੱਲਦੀ ਰਹੀ। ਅਸੀਂ 4 ਬੰਦੇ ਔਨ ਰਿਕਾਰਡ ਆ। ਇਹਨਾਂ ਨੂੰ FIR ਕੱਟਣ ਲੱਗਿਆ ਸ਼ਰਮ ਨਹੀਂ ਆਈ ਕਿ ਅਸੀਂ ਝੂਠ ਬੋਲ ਰਹੇ ਹਾਂ। ਉਸ ਤੋਂ ਬਾਅਦ 2:30 ਵਜੇ ਸਰਦਾਰ ਅਮਰ ਸਿੰਘ ਚਾਲ ਨੂੰ 43 ਦੇ ਡਿਸਟ੍ਰਿਕਟ ਕੰਪਲੈਕਸ ਤੇ ਅਸੀਂ ਲਾ ਕੇ ਆਏ ਆ। ਲੋਕੇਸ਼ਨਾਂ ਚੈੱਕ ਕਰ ਲੈਣ। ਬੋਗਸ FIR ਕੱਟ ਕੇ ਇਹ ਮੋਰਚੇ ਨੂੰ ਜਿਹੜਾ ਵਾ ਤਾਰਪੀਟੋ ਕਰਨਾ ਚਾਹੁੰਦੇ ਨੇ। ਕੀ ਅੱਜ ਜੱਥਾ ਜਾਊਗਾ 31 ਮੈਂਬਰਾਂ ਦਾ? ਅਸੀਂ ਬਿਲਕੁਲ ਤਿਆਰ ਹਾਂ ਜੀ। ਅੱਜ 31 ਬੰਦਿਆਂ ਦਾ ਸ਼ਾਂਤਮਈ ਜਥਾ ਜਿੱਦਾਂ ਪਹਿਲਾਂ ਗਿਆ ਸੀ ਇਹ ਜਾਣਗੇ। ਜੇ ਇਹ ਜ਼ੁਲਮ ਕਰਨਗੇ, ਜੇ ਫਿਰ ਰਾਹ ਰੋਕਣਗੇ, ਇਹਦੀ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ। ਅੱਜ ਜੇ ਸ਼ਾਂਤਮਈ ਸਾਨੂੰ ਪਾਠ ਨਾ ਕਰਨ ਦਿੱਤਾ ਗਿਆ, ਅਸੀਂ ਉੱਥੇ ਬੈਠ ਕੇ ਸ਼ਾਂਤਮਈ ਪਾਠ ਕਰਾਂਗੇ। ਸ਼ੇਰ ਜੀ, ਚੰਡੀਗੜ੍ਹ ਪੁਲਿਸ ਨੇ ਪਰਚਾ ਕੀਤਾ ਹੀ ਕੀਤਾ, ਲੇਕਿਨ ਪੰਜਾਬ ਪੁਲਿਸ ਨੇ ਵੀ ਪਰਚਾ ਦਰਜ ਕੀਤਾ। 300 ਤੋਂ 400 ਦੇ ਉੱਪਰ ਜਿਹੜਾ ਮਾਮਲਾ ਦਰਜ ਹੋਇਆ ਹੈ ਕਿ 11 ਮੁਲਾਜ਼ਮ ਵੀ ਫੱਟਰ ਹੋਏ ਨੇ ਪੰਜਾਬ ਪੁਲਿਸ ਦੇ ਵੀ। ਦੇਖੋ ਇਹ ਗੱਲ ਸਾਡੇ ਕੋਲ ਉਹਨਾਂ ਦੀ FIR ਨਹੀਂ ਆਈ। ਜੇ ਉਹਨਾਂ ਨੇ ਕੋਈ ਦੇਖਾਂਗੇ ਉਹਨਾਂ ਦੀ FIR ਦੇ ਕੀ ਕੰਟੈਂਟਸ ਨੇ। FIR ਜੇ ਅਨਨੋਨ ਬੰਦਿਆਂ ਦੇ ਖਿਲਾਫ ਕੀਤੀ ਹੈ ਤੇ ਉਹਨਾਂ ਦੀ ਸ਼ਨਾਖਤ ਕਰਨ। ਜੇ ਸਾਡੇ ਖਿਲਾਫ ਕਰਦੇ ਨੇ, ਸਾਡੇ ਖਿਲਾਫ ਕੋਈ ਐਟਰੀਬਿਊਸ਼ਨ ਤੇ ਦੱਸਣ। ਜੇ ਮੇਰਾ ਨਾਮ ਦੱਸਿਆ 307 'ਚ, ਦੱਸੋ ਮੇਰੇ ਕੋਲ ਕਿਹੜਾ ਹਥਿਆਰ ਸੀ, ਦੱਸਣ ਮੈਂ ਕਿਹਦਾ ਸਿਰ ਪਾੜਿਆ, ਮੈਂ ਕਿਹੜੀ ਗੱਡੀ ਤੋੜੀ ਆ। ਚਹਿਲ ਸਾਹਿਬ ਨੇ ਕਿਹਦਾ ਸਿਰ ਪਾੜਿਆ, ਕਿਹਦਾ ਗੱਡੀ ਤੋੜੀ। ਧੋਖਾ ਉਹ ਕਰ ਰਹੇ ਨੇ ਭਾਈ ਸਾਹਿਬ। ਮੈਂ ਤੁਹਾਨੂੰ ਕਲੀਅਰ ਕਰ ਰਿਹਾ। 144 CRPC ਪੜ੍ਹ ਕੇ ਦੇਖੋ ਕੀ ਕਹਿੰਦੀ ਆ। 144 CRPC 5 ਬੰਦਿਆਂ ਤੋਂ ਵੱਧ ਤੁਸੀਂ ਕਿਸੇ ਜਗ੍ਹਾ ਤੇ ਅਟਰੈਕਟ, ਜਿੱਥੋਂ ਪ੍ਰੋਟੈਸਟ ਕਰੋਗੇ ਉੱਥੇ ਅਟਰੈਕਟ ਹੋਣੀ ਆ। ਅਸੀਂ ਉਹਨਾਂ ਨੂੰ ਅਲਟਰਨੇਟਿਵ ਦਿੰਨੇ ਆ ਕਿ ਤੁਸੀਂ 5 ਬੰਦਿਆਂ ਦਾ ਜਥਾ ਭੇਜੋ, ਇੱਕ ਅੱਗੇ ਗੱਡੀ ਲਾ ਲਓ, ਇੱਕ ਪਿੱਛੇ ਲਾ ਲਓ, escort ਕਰ ਲਓ। ਉਹ ਵਾਇਲੇਟ ਕਰ ਰਹੇ ਨੇ ਸਾਡੀ ਰਾਈਟ ਟੂ ਮੂਵਮੈਂਟ ਨੂੰ, ਉਹ ਵਾਇਲੇਟ ਕਰ ਰਹੇ ਨੇ ਸਾਡੇ ਰਾਈਟ ਟੂ ਪ੍ਰੋਟੈਸਟ ਨੂੰ। ਦੇਖੋ ਉਹਨਾਂ ਦਾ ਰਾਈਟ ਹੈ, ਜੇ ਅਰੈਸਟ ਕਰ ਲੈਣਗੇ ਇਹ ਮੈਟਰ ਆਫ ਕੋਰਟ ਹੈ। ਹੁਣ ਇਹ ਉੱਥੇ ਐਕਸਪਲੇਨ ਕਰਨ। ਬੋਗਸ FIRs ਹੁੰਦੀਆਂ ਨੇ, ਪਿਛਲੇ ਸਮੇਂ ਹੁੰਦੀਆਂ ਆਈਆਂ ਨੇ, ਜਾਂ ਕਰਦੇ ਨੇ, ਫਿਰ ਕੋਰਟ ਇਕਵਿਟਲ ਕਰਦੀ ਆ, ਫਿਰ ਐਕਸਪਲੇਨੇਸ਼ਨ ਕਾਲ ਕੀਤੀ ਜਾਂਦੀ ਆ ਪੁਲਿਸ ਦੀ ਕਿ ਤੁਸੀਂ ਕਿਉਂ ਕੀਤੀਆਂ। ਅਸੀਂ ਇਹਨਾਂ ਨੂੰ ਮੁਆਵਜ਼ੇ ਦੇਣੇ ਪਏਗੇ। ਕੰਪਲੀਟ ਬੋਗਸ ਮੈਂ ਤੁਹਾਨੂੰ ਐਕਸਪਲੇਨ ਕਰਦਾ ਕਿ ਅਸੀਂ 4 ਜਣੇ ਦੇ ਅਸੀਂ ਜਿਹੜਾ ਵਾ ਉੱਥੇ ਮੀਟਿੰਗ ਕਰ ਰਹੇ ਆ ਇਹਨਾਂ ਦੇ ਆਫੀਸਰਸ ਦੇ ਨਾਲ। ਉਹ ਪਹਿਲਾਂ ਕਲੀਅਰ ਤੇ ਕਰਨ। ਇੰਡੀ ਕਾਹਲੀ ਕੀ ਸੀ FIR ਕਰਨ ਦੀ। ਇਹਨਾਂ ਨੂੰ ਨੋਮੀਨੇਟ ਕਰਦੇ, ਸ਼ਨਾਖਤ ਕਰਦੇ, ਫਿਰ ਕਰ ਲੈਂਦੇ। ਮਤਲਬ ਕਿ ਇਹ ਹੈਜ਼ਲ ਦੇ ਵਿੱਚ ਇਹਨਾਂ ਨੇ ਕੀਤੀ FIR। ਦੇਖੋ ਜੋ ਲੀਗਲ ਰੈਮੇਡੀ ਸਾਡੇ ਕੋਲ ਅਵੇਲੇਬਲ ਹੋਏਗੀ ਅਸੀਂ ਉਹਨੂੰ ਜ਼ਰੂਰ ਅਡਾਪਟ ਕਰਾਂਗੇ। ਅੱਜ ਜੱਥਾ ਕੌਣ ਅਗਵਾਈ ਕੌਣ ਕਰ ਰਿਹਾ ਜੀ? ਅੱਜ ਇੰਦਰਬੀਰ ਸਿੰਘ ਪਟਿਆਲੇ ਤੋਂ ਕਰ ਰਹੇ ਨੇ। ਠੀਕ ਹੈ ਸਰ, ਮਿਹਰਬਾਨੀ ਕਰਾਂਗੇ। ਸਾਡੇ ਕੋਲ FIR ਦੀ ਕਾਪੀ ਹਜੇ ਤੱਕ ਅਵੇਲੇਬਲ ਨਹੀਂ ਆ। ਇਹ ਹੁਣੇ ਸਾਨੂੰ ਪੱਤਰਕਾਰ ਸਾਹਿਬ ਦੇ ਤੋਂ ਹੀ ਮਿਲੀ ਆ ਤੇ ਅਸੀਂ ਇਹਨੂੰ ਕੰਸੀਡਰ ਕਰਕੇ ਜੋ ਬੈਸਟ ਹੋਏਗਾ ਲੀਗਲ ਰੈਮੇਡੀ ਉਹ ਅਡਾਪਟ ਕਰਾਂਗੇ। ਇੱਕ ਹੋਰ ਅਸੀਂ ਗੱਲ ਕਰਦੇ ਹਾਂ, ਜਿਹੜੇ ਸਾਡੇ ਬੰਦੇ ਫੱਟੜ ਹੋਏ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ
ਵਿਦ ਫੋਟੋਗ੍ਰਾਫਸ ਆਇਡੈਂਟੀਫਿਕੇਸ਼ਨ। ਅਸੀਂ ਜਿਹੜੇ ਪੁਲਿਸ ਆਫੀਸਰਸ ਨੇ ਇਕੁਐਲਿਟੀ ਕੀਤੀ ਅਸੀਂ ਤੇ ਬਿਲਕੁਲ ਲਾਫੁਲੀ ਦੇਵਾਂਗੇ ਵਿਦ ਐਟਰੀਬਿਊਸ਼ਨ ਅਸੀਂ ਕਰਾਵਾਂਗੇ ਉਹਨਾਂ ਦੇ ਪਰਚਾ ਹੋਰ ਦਰਜ। ਨੌਜਵਾਨਾਂ ਤੇ FIR ਹੁੰਦੀ ਹੈ ਤਾਂ ਜੀ ਤੁਹਾਡਾ ਕੀ ਪੁਲਿਸ ਨੂੰ ਦੇਵਾਂਗੇ ਜੀ, ਡੀਜੀ ਨੂੰ ਹੀ ਦੇਵਾਂਗੇ। ਜਿਹੜਾ ਡੀਜੀ ਇਹ ਕਹਿੰਦਾ ਜੀ ਇਹ 250 ਬੰਦਾ ਬੈਠਾ ਹੈ ਤੇ ਉੱਥੇ ਬਾਅਦ 'ਚ ਆਪਣੀ ਸਟੇਟਮੈਂਟ 'ਚ ਕੰਟਰਡਿਕਸ਼ਨ ਕਹਿੰਦਾ ਜੀ 1000 ਬੰਦਾ ਆ ਗਿਆ, 750 ਬੰਦਾ ਕਿਤੇ ਸਮਾਨ ਚੋਂ ਡਿੱਗ ਗਿਆ। ਅਸੀਂ ਚੰਡੀਗੜ੍ਹ ਪੁਲਿਸ ਨੂੰ ਵੀ ਦੇਵਾਂਗੇ, ਪੰਜਾਬ ਪੁਲਿਸ ਨੂੰ ਵੀ ਦੇਵਾਂਗੇ। ਮਹਾਲੀ ਮੋਰਚੇ ਤੋਂ ਜੋ 31 ਸਿੰਘਾਂ ਦਾ ਜਥਾ ਇੱਥੇ ਗ੍ਰਿਫਤਾਰੀ ਦੇਣ ਪਹੁੰਚਿਆ, ਇੱਥੇ ਬਕਾਇਦਾ ਜਾਪ ਕਰ ਰਹੇ ਨੇ। 4 ਵਜੇ ਤੱਕ ਦਾ ਟਾਈਮ ਹੈ, ਪਰ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਤੁਹਾਨੂੰ ਦੇ ਦਈਏ ਕਿ ਮਹਾਲੀ ਪੁਲਿਸ ਨੇ ਵੀ ਕੱਲ ਦੇ ਘਟਨਾਕ੍ਰਮ ਨੂੰ ਲੈ ਕੇ ਮਟੌਰ ਥਾਣੇ ਵਿੱਚ ਪਰਚਾ ਦਰਜ ਕਰ ਲਿਆ। 26 ਨੰਬਰ FIR ਆ, ਕਈ ਧਰਾਵਾਂ ਲਗਾਈਆਂ ਨੇ। ਸਾਡੇ ਨਾਲ ਨੇ ਵਕੀਲ ਰਵਿੰਦਰ ਸਿੰਘ ਬਸੀ ਤੇ ਹੋਰ ਸਾਥੀ, ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਪੈਰਵੀ ਕਰਨਗੇ ਉਹਨਾਂ ਕੇਸਾਂ ਦੀ ਜੋ ਪੁਲਿਸ ਨੇ ਦਰਜ ਕੀਤੇ ਨੇ। ਬਸੀ ਸਾਹਿਬ, ਅੱਜ ਫਿਰ ਮਹਾਲੀ ਪੁਲਿਸ ਵੱਲੋਂ ਇੱਕ ਪਰਚਾ ਦਰਜ ਹੋਇਆ ਅਣਪਛਾਤਿਆਂ ਖਿਲਾਫ। ਇਹ ਵੀ FIR 'ਚ ਆਇਆ ਕਿ 2 ਪੁਲਿਸ ਦੇ ਬੰਦੇ ਜ਼ਖਮੀ ਹੋਏ ਨੇ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ, ਇੱਕ ਆਫੈਂਸ ਦੀਆਂ 2 FIR ਨਹੀਂ ਹੋ ਸਕਦੀਆਂ। ਪਹਿਲੀ ਗੱਲ, ਇੱਕ ਇਨਸੀਡੈਂਟ ਹੋਇਆ, ਜੇ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਇੰਜਰਡ ਹੋਇਆ ਤਾਂ ਉਹ ਉਸੇ ਜਿਹੜੀ ਜੁਰਿਡਿਕਸ਼ਨ ਜਿਸ ਥਾਣੇ ਦੀ ਪੈਂਦੀ ਹੈ ਉਹਦੇ ਅੰਦਰ ਜਿਹੜੀ FIR ਦਰਜ ਹੋਈ ਹੈ ਉਹ ਉਸੇ ਚ ਦੇ ਵਿੱਚ ਕਵਰ ਹੋਊਗਾ, ਉਹਦੇ ਵਿੱਚ ਹੀ ਆਊਗਾ। ਪਰ ਬਿਲਕੁਲ ਆਪਾਂ ਚੰਡੀਗੜ੍ਹ ਦੀ ਹੱਦ ਤੇ ਖੜੇ ਆ। ਕੱਲ ਜਿਹੜੀ ਚੰਡੀਗੜ੍ਹ ਪੁਲਿਸ ਸੀ ਮਹਾਲੀ ਵਾਲੇ ਪਾਸੇ ਸੀਗੇ, ਅੱਜ ਬੈਰੀਗੇਡ ਤੋਂ ਪਰਲੇ ਪਾਸੇ ਆ। ਇਹ ਵੈਸੇ ਤਾਂ ਜੁਰੀਡਿਕਸ਼ਨ ਮਹਾਲੀ ਦੀ ਆ ਜਾਂਦੀ ਆ। ਕੱਲ ਸਾਰਾ ਘਟਨਾਕ੍ਰਮ ਹੋਇਆ ਮਹਾਲੀ 'ਚ, ਮੈਨੂੰ ਲੱਗਦਾ ਪਰਚਾ ਕਰਨਾ ਬਣਦਾ ਸੀਗਾ। ਹਾਂ, ਹੁਣ ਇਹੀ ਜੁਰਿਡਿਕਸ਼ਨ ਦੇਖਣ ਦੀ ਗੱਲ ਹੈ। ਜੇ ਇਨਸੀਡੈਂਟ ਮੋਹਾਲੀ 'ਚ ਹੋਇਆ ਫਿਰ ਜਿਹੜੀ ਚੰਡੀਗੜ੍ਹ 'ਚ ਪਰਚਾ ਹੋਇਆ ਉਹ ਗਲਤ ਹੋਇਆ। ਜੇ ਜੁਰਿਡਿਕਸ਼ਨ ਚੰਡੀਗੜ੍ਹ ਦੀ ਬਣਦੀ ਹੈ ਫਿਰ ਜਿਹੜੀ ਮੋਹਾਲੀ ਪੁਲਿਸ ਨੇ ਪਰਚਾ ਦਰਜ ਕੀਤਾ ਉਹ ਗਲਤ ਦਰਜ ਕੀਤਾ। ਇਹ ਹੁਣ ਪੁਲਿਸ ਨੂੰ ਆਪਸੀ ਇਨਵੈਸਟੀਗੇਟ ਕਰਕੇ ਪਹਿਲਾਂ ਤਾਂ ਇਹ ਤੈਅ ਕਰਨਾ ਪਊਗਾ ਕਿ ਕਿਹੜੀ FIR ਠੀਕ ਹੈ। FIR ਦੇ ਦੋਨਾਂ FIR 'ਚ ਥੋੜੇ ਤੱਥਾਂ 'ਚ ਵੀ ਗੜਬੜ ਹੈ। ਚੰਡੀਗੜ੍ਹ ਵਾਲੇ ਕਹਿੰਦੇ ਕਿ 300 ਬੰਦੇ ਸੀਗੇ, ਖਾਲਿਸਤਾਨੀ 300 ਸੀਗੇ, 4 ਬੰਦਿਆਂ ਦੇ ਬਾਈ ਨੇਮ ਪਰਚਾ ਦਰਜ ਹੋਇਆ। ਮਹਾਲੀ ਪੁਲਿਸ ਕਹਿੰਦੇ 20-25 ਬੰਦੇ ਸੀ, ਉਹ ਉਹਨਾਂ ਕੋਲ ਹਥਿਆਰ ਚੱਕੇ ਸੀ, ਉਹਨਾਂ ਕੋਲ ਕਿਰਪਾਨਾਂ ਸੀ, ਉਹਨਾਂ ਕੋਲ ਭਾਲੇ ਸੀ, ਰੌੜਾਂ ਸੀਗੀਆਂ। ਕੀ ਕਹਿਣਾ ਚਾਹੋਗੇ ਕਿ ਕੀ ਕਿਤੇ ਹੋਰ ਥਾਂ ਤੇ ਵੀ ਹਮਲਾ ਜਿਹੜਾ ਮਹਾਲੀ ਪੁਲਿਸ ਨੂੰ FIR ਹੋਰ ਵੱਖਰੀ ਕਰਨੀ ਪੈਗੀ? ਨਹੀਂ, ਇੱਥੇ 31 ਬੰਦਿਆਂ ਦਾ ਜਿਹੜਾ ਜੱਥਾ ਪੀਸਫੁਲ ਜੱਥਾ ਹੈ ਇੱਥੇ ਆਇਆ ਤੇ ਇੱਥੇ ਆ ਕੇ ਸਾਹਮਣੇ ਪਾਰਕ ਵਿੱਚੋਂ ਕੁਝ ਸ਼ਰਾਰਤੀ ਅਨਸਰਾਂ ਨੇ ਉਹਦੇ ਤੇ ਪਥਰਾਓ ਕੀਤਾ ਜਥੇ ਦੇ, ਤੇ ਉਹਦੀ ਰਿਟੈਲੀਏਸ਼ਨ ਦੇ ਵਿੱਚ ਜਿਹੜੀ ਪੁਲਿਸ ਨਾਲ ਇਹਨਾਂ ਦੀ ਝੜਪ ਹੋਈ ਹੈ। ਤੇ ਹੁਣ ਜਿਹਦਾ ਵੱਡਾ ਤੰਤਰ ਹੈ ਜਿਹੜੇ ਪੁਲਿਸ ਫੋਰਸ ਦਾ, ਤੇ ਉਹ ਬੈਟਰ ਵੇ ਨਾਲ ਦੱਸ ਪਾ ਰਹੀ ਹੋਣੀ ਵੀ ਕਿੰਨੇ ਲੋਕ ਸੀਗੇ, ਕਿਉਂਕਿ ਜਥਾ 31 ਦਾ ਹੀ ਸੀ ਤਾਂ ਇਹਦਾ ਮਤਲਬ ਪੰਜਾਬ ਪੁਲਿਸ ਠੀਕ ਕਹਿ ਰਹੀ ਕਿ 25-30 ਬੰਦੇ ਹੋਣੇ ਆ। ਕਿਉਂਕਿ ਹੁਣ ਵੀ ਦੇਖਦੇ ਹੋ ਵੀ ਜਿਹੜਾ ਵੀ ਅੰਮ੍ਰਿਤਧਾਰੀ ਸਿੱਖ ਹੁੰਦਾ ਉਹ ਆਪਣੀ ਕਿਰਪਾਨ ਕੈਰੀ ਕਰਦਾ, ਜੋ ਕਨਸਟੀਟਿਊਸ਼ਨਲ ਹੱਕ ਹੈ ਉਹਦਾ। ਤੇ ਉਹਨੂੰ ਹੁਣ ਤੁਸੀਂ ਹਥਿਆਰ ਬਣਾ ਦੇਣਾ, ਖਾਲਿਸਤਾਨੀ ਬਣਾ ਦੇਣਾ ਤੇ ਵੇਗ ਗੱਲਾਂ ਐਡ ਕਰਕੇ ਪਰਚਾ ਕਰ ਦੇਣਾ, ਉਹ ਗਲਤ ਹੈ। 307 ਧਾਰਾ ਵੀ ਲਾਈ ਗਈ ਆ, ਉਹ ਬੜੀ ਖਤਰਨਾਕ ਧਾਰਾ ਹੁੰਦੀ ਆ। ਕਈ ਵਾਰੀ ਜ਼ਮਾਨਤ ਹੁੰਦੀ ਉਹਨਾਂ ਕੇਸਾਂ ਦੇ ਵਿੱਚ। ਇਹਦੇ ਬਾਰੇ ਕੀ ਕਹਿਣਾ? ਕੋਈ ਉਵੇਂ ਦਾ ਮਾਹੌਲ ਸੀਗਾ ਕਿ 307 ਦੀ ਜਿਹੜੀ ਨੌਬਤ ਆ ਗਈ ਲਾਉਣ ਦੀ? 307 ਜਿਹੜੀ ਇੱਕ ਸਪੈਸੀਫਿਕ ਹੋਊਗੀ, ਕਿਸੇ ਇੱਕ ਬੰਦੇ ਜਿਹਦੇ 6 ਵੱਜੀ ਹੋਊਗੀ, ਸਪੈਸੀਫਿਕ ਐਲੀਗੇਸ਼ਨ ਹੋਊਗਾ ਤੇ ਮੈਡੀਕਲ ਦੇ ਆਧਾਰ ਦੇ ਉੱਤੇ ਉਹ ਫਿਰ 307 ਲੱਗੂਗੀ। ਜੇ ਭੀੜ ਨੇ ਹਮਲਾ ਕੀਤਾ ਤਾਂ ਇੱਕ ਜਿਹਦੇ 6 ਬੰਦੀ ਉਹ ਸਪੈਸੀਫਾਈ ਤਾਂ ਕਰਨਾ ਪਊਗਾ ਵੀ ਇਸ ਬੰਦੇ ਦੇ ਇਸ ਵਾਈਟਲ ਪਾਰਟ ਦੇ ਉੱਤੇ 6 ਵੱਜੀ ਹੈ ਜਿਹਦੇ ਨਾਲ ਇਸ ਬੰਦੇ ਦੀ ਮੌਤ ਹੋ ਸਕਦੀ ਸੀ। FIR ਇਸ ਮਾਮਲੇ ਨੂੰ ਲੈ ਕੇ ਸਾਇਲੈਂਟ ਹੈ। ਲਿਖਿਆ ਕਿ ਸਾਡੇ 2 ਮੁਲਾਜ਼ਮ ਜ਼ਖਮੀ ਹੋਏ, ਮਟੌਰ ਥਾਣੇ 'ਚ ਪਰਚਾ ਦਰਜ ਹੋਇਆ। ਕੀ ਲੱਗਦਾ ਕਿ ਪੁਲਿਸ ਐਵੇਂ ਦੀ ਕਹਾਣੀ ਬਣਾ ਰਹੀ ਹੈ ਕਿ ਮੋਰਚੇ ਵਾਲਿਆਂ ਤੇ ਇੱਕ ਦਬਾਅ ਬਣ ਜੇ? ਮੋਰਚੇ ਤੇ ਤਾਂ ਪਹਿਲੇ ਦਿਨ ਦਾ ਹੀ ਦਬਾਅ ਚੱਲ ਰਿਹਾ ਤੇ FIRਾਂ ਕਰਕੇ ਮੋਰਚੇ ਦੇ ਲੀਡਰਾਂ ਨੂੰ ਨਾਮਜ਼ਦ ਕਰਕੇ, ਤੇ ਇਹ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਕਿਸਾਨੀ ਅੰਦੋਲਨ ਵੇਲੇ ਵੀ ਕਿੰਨੇ ਹੀ ਪਰਚੇ ਨਜਾਇਜ਼ ਜਿਹੜੇ ਆ ਕਿਸਾਨਾਂ ਲੀਡਰਾਂ ਦੇ ਖਿਲਾਫ ਤੇ ਵਲੰਟੀਅਰਾਂ ਦੇ ਖਿਲਾਫ ਉਦੋਂ ਦਰਜ ਹੋਏ, ਤੇ ਇਹ ਪਰਚੇ ਮੋਰਚਿਆਂ ਨਾਲ ਹੀ ਖਤਮ ਹੋ ਜੇ ਕਰਦੇ। ਇੱਕ ਚੰਡੀਗੜ੍ਹ ਵੀ ਜਿਹੜਾ ਪਰਚਾ ਦਰਜ ਆ ਉਹਦੇ ਵਿੱਚ ਬਾਪੂ ਗੁਰਚਰਨ ਸਿੰਘ ਨਾਲ ਐਡਵੋਕੇਟ ਅਮਰ ਸਿੰਘ ਚਾਹਲ ਨਾਲ ਦਲਸ਼ੇਰ ਸਿੰਘ ਜੰਡਿਆਲਾ ਤੇ ਬਲਵਿੰਦਰ ਸਿੰਘ ਤੇ ਪਰਚਾ ਦਰਜ ਹੋਇਆ, ਜਦ ਕਿ ਚਾਹਲ ਸਾਹਿਬ ਤਾਂ ਇੱਥੇ ਪਹੁੰਚੇ ਵੀ ਨਹੀਂ ਸੀ। ਕੀ ਲੱਗਦਾ ਕਿ ਚੰਡੀਗੜ੍ਹ ਪੁਲਿਸ ਨੇ ਵੀ ਫਿਰ ਕਾਲੀ ਦੇ ਵਿੱਚ ਆ ਕੇ ਜੋ ਕੰਮ ਕੀਤਾ FIR ਦਾ? ਦੇਖੋ, FIR ਦੋਨੋਂ ਹੀ ਕਾਲੀ ਤੇ ਨਜਾਇਜ਼ ਹੋਈਆਂ, ਕਿਉਂਕਿ ਜਿਹੜੇ ਤੁਸੀਂ 4 ਨਾਮ ਲਏ ਆ ਇਹ ਓਫੀਸ਼ੀਅਲੀ ਪੰਜਾਬ ਭਵਨ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਡਾਇਲੌਗ 'ਚ ਇਨਵੋਲਵ ਸੀਗੇ, ਜਿਹਦੇ 'ਚ ਉੱਥੇ ਚੰਡੀਗੜ੍ਹ ਪੁਲਿਸ ਵੀ ਮੌਜੂਦ ਸੀ ਤੇ ਪੰਜਾਬ ਪੁਲਿਸ ਵੀ ਮੌਜੂਦ ਸੀਗੀ। ਉਸ ਦੇ ਬਾਵਜੂਦ ਇਹਨਾਂ ਦਾ ਨਾਮ ਵਿੱਚ ਨਾਮਜ਼ਦ ਕਰਨਾ ਇਹ ਨਿੰਦਣਯੋਗ ਹੈ ਤੇ ਗਲਤ ਹੈ।
ਜਿਹੜੀਆਂ ਦੋਏ ਐਫਆਈਆਰਸ ਦਰਜ ਹੋਈਆਂ ਨੇ, ਮਹਾਲੀ ਹੋਵੇ ਜਾਂ ਚੰਡੀਗੜ੍ਹ, ਉਹਦੀ ਤਿਆਰੀ ਵਾਸਤੇ ਵਕੀਲਾਂ ਦਾ ਕੋਈ ਪੈਨਲ ਤੁਸੀਂ ਬਣਾ ਲਿਆ? ਕਿਉਂਕਿ ਤੁਸੀਂ ਮੋਰਚੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਹੋ, ਤੁਹਾਨੂੰ ਵੀ ਲੱਗਦਾ ਕਿ ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਆ। ਇਹ ਇੱਕ ਐਫਆਈਆਰ ਵਾਲਾ ਜਿਹੜਾ ਮਾਮਲਾ ਆ ਗਿਆ, ਇਹਦੇ ਲਈ ਕਿੰਨੇ ਵਕੀਲਾਂ ਦੀ ਜਿਹੜੀ ਤੁਸੀਂ ਕਮੇਟੀ ਬਣਾਈ ਹੈ? ਦੇਖੋ, ਸਿੱਖਾਂ ਨਾਲ ਬੇਇਨਸਾਫੀ ਦੀ ਗੱਲ ਆ ਸਾਹਮਣੇ ਤੁਹਾਨੂੰ ਦਿਖ ਰਹੀ ਹੈ। ਸਿਰਫ 31 ਬੰਦੇ ਸੀਐਮ ਹਾਊਸ ਤੱਕ ਜਾਣਾ ਚਾਹੁੰਦੇ ਆ, ਸਿਰਫ ਉਹਨਾਂ ਤੱਕ ਫਰਿਆਦ ਕਰਨ ਜਾਣਾ। ਸਾਨੂੰ ਤਾਂ ਮੂਵਮੈਂਟ ਦੀ ਇਜਾਜ਼ਤ ਨਹੀਂ ਹੈ। ਉਹਦੇ ਵਾਸਤੇ 31 ਬੰਦਿਆਂ ਨੂੰ ਰੋਕਣ ਵਾਸਤੇ ਮੇਰੇ ਖਿਆਲ 500-600 ਪੁਲਿਸ ਵਾਲਾ ਖੜਾਇਆ ਹੋਇਆ, ਜਦ ਕਿ ਬੜਾ ਕਲੀਅਰ ਸਾਡਾ ਇੰਟੀਮੇਸ਼ਨ ਸੀ ਵੀ ਪੀਸਫੁਲ ਜਾਣਾ, 2 ਘੰਟੇ ਜਾਪ ਕਰਨਾ। ਹੁਣ ਇੱਥੇ ਬੈਠੇ ਜਾਪ ਕਰ ਰਹੇ। ਰਹੀ ਗੱਲ ਐਫਆਈਆਰਾਂ ਦੀ, ਐਫਆਈਆਰਾਂ ਪਹਿਲੀ ਗੱਲ ਦੋਨੋਂ ਹੀ ਕੰਟਰਾਡਿਕਟਰੀ ਹੈ। ਪੰਜਾਬ ਪੁਲਿਸ ਕਹਿੰਦੀ 25 ਬੰਦੇ ਹੈ, ਚੰਡੀਗੜ੍ਹ ਪੁਲਿਸ ਕਹਿੰਦੀ 300 ਖਾਲਿਸਤਾਨੀ ਹੈ। ਤੋ ਇਸ ਕਰਕੇ ਇਹ ਕੰਟਰਾਡਿਕਟਰੀ ਜਿਹੜੀ ਸਟੇਟਮੈਂਟਸ ਹੈ, ਪਹਿਲਾਂ ਇਹਨਾਂ ਨੂੰ ਆਪ ਦੇਖਣਾ ਚਾਹੀਦਾ ਕਿ ਇਨ ਐਕਚੁਅਲ ਤੇ ਫੈਕਚੁਅਲ ਕੀ ਹੋਇਆ। ਤੇ 19 ਨੁਕਤਾ ਨਿਗਾਹ ਤੋਂ ਦੇਖੀ, ਕੱਲ ਜਿਹੜਾ ਘਟਨਾਕ੍ਰਮ ਹੋਇਆ, ਤੁਹਾਨੂੰ ਕੀ ਲੱਗਦਾ ਕਿ ਪਹਿਲ ਕਿਹਨੇ ਕੀਤੀ ਹੈ, ਜਾਂ ਫਿਰ ਇਸ ਘਟਨਾ ਨੂੰ ਟਾਲਿਆ ਜਾ ਸਕਦਾ ਸੀ ਜੇਕਰ ਪੁਲਿਸ ਪਹਿਲੀ ਗ੍ਰਿਫਤਾਰੀ ਕਰ ਲੈਂਦੀ ਜਥੇ ਦੀ? ਜਥੇ ਦੀ ਗ੍ਰਿਫਤਾਰੀ ਕਿਉਂ ਕਰਦੀ? ਇੰਟੈਲੀਜੈਂਸ ਨੂੰ, ਪੁਲਿਸ ਨੂੰ ਗ੍ਰਿਫਤਾਰ ਕਰਨੇ ਚਾਹੀਦੇ ਸੀਗੇ ਉਹ ਲੋਕ ਜਿਹੜੇ ਉਰੇ ਇਲੀਗਲੀ ਗੈਦਰ ਹੋਏ ਜਥੇ ਦੇ ਆਉਣ ਤੋਂ ਪਹਿਲਾਂ, ਤੇ ਜਥੇ ਦੇ ਆਉਣ ਦੇ ਉੱਤੇ ਉਹਨਾਂ ਨੇ ਪਥਰਾਓ ਕੀਤਾ। ਪੁਲਿਸ ਕੋਲ ਉਹਨਾਂ ਦੀਆਂ ਫੁਟੇਜਸ ਹੈ, ਉਹਨਾਂ ਨੂੰ ਦੇਖ ਕੇ ਪਹਿਲਾਂ ਉਹਨਾਂ ਨੂੰ ਫੜਨਾ ਚਾਹੀਦਾ ਸੀ, ਕਿਉਂਕਿ ਮੋਰਚੇ ਨੇ 1 ਜਾਂ 2 ਬੰਦਿਆਂ ਨੂੰ ਫੜਿਆ ਜਿਨ੍ਹਾਂ ਦੇ ਐਡਰੈਸਸ ਵਗੈਰਾ ਵੈਰੀਫਾਈ ਕੀਤੇ ਗਏ। ਉਹ ਬੰਦੇ ਤਨਾਸ ਦੇ ਨਿਕਲੇ ਤੇ ਉਹਨਾਂ ਨੇ ਔਨ ਰਿਕਾਰਡ ਇਹ ਗੱਲ ਕਹੀ ਹੈ ਵੀ ਸਾਨੂੰ ਪੈਸੇ ਦਿੱਤੇ ਗਏ। ਹੁਣ ਇਹ ਦੇਖਣੇ ਵਾਲੀ ਗੱਲ ਹੈ ਵੀ ਪੈਸੇ ਕਿਹਨੇ ਦਿੱਤੇ ਤੇ ਕਿਸ ਪਰਪਸ ਲਈ ਦਿੱਤੇ ਉਹਨਾਂ ਨੂੰ। ਤੇ ਇਹ ਸਿਰਫ ਜਿਹੜਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਕੌਮੀ ਇਨਸਾਫ ਮੋਰਚੇ ਦਾ, ਉਹਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਹੈ, ਜੋ ਨਿੰਦਣਯੋਗ ਹੈ ਤੇ ਗਲਤ ਹੈ। ਹੋਰ ਵਕੀਲ ਸਾਹਿਬ ਸਾਡੇ ਨਾਲ ਨੇ, ਬਕਾਇਦਾ ਹਵਾਰਾ ਕਮੇਟੀ ਨਾਲ ਜੁੜੇ ਹੋਏ ਨੇ। ਹਵਾਰਾ ਜੋ ਜਗਤਾਰ ਸਿੰਘ ਹਵਾਰਾ ਨੇ, ਉਹਨਾਂ ਦਾ ਜੋ ਵੀ ਸੰਦੇਸ਼ ਆਉਂਦਾ ਜੇਲ੍ਹ ਵਿੱਚੋਂ, ਇਹ ਵਕੀਲ ਸਾਹਿਬ ਸੁਣਾਉਂਦੇ ਨੇ। ਵਕੀਲ ਸਾਹਿਬ, ਨਾਂ ਕੀ ਤੁਹਾਡਾ? ਗੁਰਸ਼ਰਨ ਸਿੰਘ ਧਾਲੀਵਾਲ ਜੀ। ਤਾਲੀਆ ਸਾਹਿਬ, ਕੱਲ੍ਹ ਦੇ ਘਟਨਾਕ੍ਰਮ ਬਾਰੇ ਕੀ ਕਹਿਣਾ? ਕਿਉਂਕਿ ਅੱਜ ਇੱਕ ਮੋਹਾਲੀ ਪੁਲਿਸ ਨੇ ਵੀ ਇੱਕ ਪਰਚਾ ਦਰਜ ਕੀਤਾ 26 ਨੰਬਰ ਐਫਆਈਆਰ। ਉਹ ਜਿਹੜੀ ਐਫਆਈਆਰ ਕਾਨੂੰਨੀ ਨੁਕਤਾ ਨਿਗਾਹ ਤੋਂ ਕਿੰਨੀ ਕੁ ਸਹੀ ਤੁਹਾਨੂੰ ਜਾਪਦੀ ਹੈ? ਦੇਖੋ, ਵਕੀਲ ਸਾਹਿਬ ਨੇ ਪਹਿਲਾਂ ਦੱਸ ਚੁੱਕੇ ਆ ਕਿ ਇੱਕ ਹੀ ਆਫੈਂਸ ਦੇ 2 ਐਫਆਈਆਰ ਨਹੀਂ ਹੋ ਸਕਦੀਆਂ, ਇਹ ਖੁਦ ਹੀ ਕੰਟਰੋਵਰਸੀ ਨੇ। ਸੋ ਇਸ ਕਰਕੇ ਜਿਹੜਾ ਕੱਲ ਦਾ ਨੁਕਤਾ, ਵੈਸੇ ਆਪਾਂ ਦੇਖੀਏ ਕਿ ਇਹ ਸ਼ਾਂਤੀਪੂਰਨ, ਅੱਜ ਵੀ ਤਾਂ ਤੁਹਾਡੇ ਸਾਹਮਣੇ ਸ਼ਾਂਤੀਪੂਰਨ ਬੈਠੇ ਹੋਏ ਨੇ, ਕੱਲ ਵੀ ਬੈਠੇ, ਉਸ ਤੋਂ ਪਹਿਲਾਂ ਵੀ ਬੈਠੇ ਹੋਏ ਆ। ਡੇਲੀ ਜਿਹੜੀਆਂ ਜਾਂ ਤਾਂ ਸਾਨੂੰ, ਅਸੀਂ ਇਹ ਕਹਿ ਰਹੇ ਸੀ ਸਾਨੂੰ ਗ੍ਰਿਫਤਾਰ ਕੀਤਾ ਜਾਵੇ, ਰੈਸਟ ਪਾਈਆਂ ਜਾਣ ਇਹਨਾਂ ਦੀਆਂ, ਨਾ ਤਾਂ ਰੈਸਟ ਪੈ ਰਹੀ ਸੀ ਔਰ ਨਾ ਹੀ ਸਾਨੂੰ ਸੀਐਮ ਹਾਊਸ ਤੱਕ ਪਹੁੰਚਿਆ ਜਾ ਰਿਹਾ। ਉਸ ਤੋਂ ਬਕਾਇਦਾ ਸਾਨੂੰ ਇਹ ਕਿਹਾ ਜਾ ਰਿਹਾ, ਅਸੀਂ ਕਹਿ ਕੇ ਭੇਜੇ ਸੀ ਕਿ ਜਦੋਂ ਜਿੱਥੇ ਸਾਨੂੰ ਰੋਕ ਦਿੱਤਾ ਜਾਊਗਾ ਅਸੀਂ ਉੱਥੇ ਬੈਠ ਕੇ ਜਾਪ ਕੀਤਾ ਜਾਊ, ਔਰ ਜੋ ਅੱਜ ਵੀ ਕੀਤਾ ਜਾ ਰਿਹਾ। ਕੱਲ ਜਦੋਂ ਹੋਇਆ ਇਹ ਘਟਨਾ ਜੋ ਸਾਰੀ ਵਾਪਰੀ ਹੈ, ਉਹ ਤੁਹਾਡੇ ਸਾਹਮਣੇ ਆ। ਤੁਸੀਂ ਉਸ ਟਾਈਮ ਆਪ ਖੁਦ ਇੱਥੇ ਹੈਗੇ ਸੀਗੇ। ਜਿਹੜੇ ਪੱਥਰਬਾਜੀ ਹੋਈ ਹੈ ਉਹ ਪਰਲੀ ਸਾਈਡ ਤੋਂ ਹੋਈ ਹੈ। ਇਹ ਪ੍ਰਸ਼ਾਸਨ ਦੇ ਵੱਲੋਂ ਮੀਡੀਆ 'ਚ ਵੀ ਬੋਲਿਆ ਗਿਆ ਕਿ ਸਾਨੂੰ ਖੁਦ ਨਹੀਂ ਪਤਾ ਕਿ ਇਹ ਕਿੱਧਰੋਂ ਪੱਥਰਬਾਜੀ ਹੋਈ ਹੈ। ਸਰ, ਜੇ ਪ੍ਰਸ਼ਾਸਨ ਨੂੰ ਡਿਊਟੀਜ਼ ਹੀ ਨਹੀਂ ਪਤਾ ਆਪਦੀਆਂ, ਪੁਲਿਸ ਨੂੰ ਇਹ ਨਹੀਂ ਪਤਾ ਕਿ ਸਾਡੇ ਸਾਈਡ ਤੋਂ ਪੱਥਰਬਾਜੀ ਕੀਤੀ ਕਿਹਨੇ ਆ, ਤੇ ਫਿਰ ਉਹ ਡਿਊਟੀਜ਼ ਕਰ ਕਿਵੇਂ ਰਹੇ ਆ? ਉਹ ਇੱਕ ਆਪਦੀ ਡਿਊਟੀ ਸੀ ਇਗਨੋਰ ਕਰ ਰਹੇ। ਮਤਲਬ ਇਹਦਾ ਮਤਲਬ ਇਹ ਹੈ ਕਿ ਉਹ ਆਪਦੀ ਡਿਊਟੀ ਦੇ ਉੱਤੇ ਖਰੇ ਨਹੀਂ ਉਤਰ ਰਹੇ। ਸੋ ਜੋ ਉਹਨਾਂ ਨੂੰ ਬਣਦੀ ਕਾਨੂੰਨੀ ਕਾਰਵਾਈ ਜਿਨ੍ਹਾਂ ਤੇ ਬਣਦੀ ਸੀਗੀ, ਉਹਨਾਂ ਦੇ ਨਾ ਕਰਦੇ ਹੋਏ ਬਕਾਇਦਾ ਉਹਨਾਂ ਨੇ ਐਫਆਈਆਰ ਲਾਂਚ ਕੀਤੀ, ਜੋ ਟੋਟਲੀ ਫਾਲਸ ਹੈ। ਜਿਹੜੇ ਲੋਕ ਇੱਥੇ ਪ੍ਰੈਜ਼ੈਂਟ ਨਹੀਂ ਸੀਗੇ, ਜਿਵੇਂ ਕਿ ਮੈਂ ਐਗਜ਼ਾਮਪਲ ਕੋਟ ਕਰਾਂ ਕਿ ਐਡਵੋਕੇਟ ਅਮਰ ਸਿੰਘ ਚਹਿਲ ਤੇ ਇਹਨਾਂ ਨੇ ਐਫਆਈਆਰ ਦੇ ਵਿੱਚ ਨਾਮ ਪਾਇਆ, ਉਹ ਉਸ ਟਾਈਮ ਕੋਰਟ ਦੇ ਵਿੱਚ ਮੌਜੂਦਾ ਸੀਗੇ, ਆਪਦਾ ਕੇਸ ਅਟੈਂਡ ਕਰ ਰਹੇ ਸੀਗੇ। ਔਰ ਇਹਨਾਂ ਨੇ ਇੱਥੋਂ ਤੱਕ ਇਹਨਾਂ ਨੇ ਕਹਿਤਾ ਕਿ ਉਹ ਲੋਕ ਇੱਥੇ ਪ੍ਰੈਜ਼ੈਂਟ ਸੀ, ਉਹਨਾਂ ਨੇ ਹੁੱਲੜਬਾਜੀ ਕਰਵਾਈ ਹੈ, ਉਹਨਾਂ ਦੇ ਉੱਤੇ 307 ਦਾ ਅਤੇ ਰੋਬਰੀ ਵਰਗੇ ਕੇਸ ਪਾਏ ਆ। ਚੋਰੀ ਇੱਥੇ ਕੀ ਚੋਰੀ ਇਹਨਾਂ ਦਾ ਖੁਸ਼ ਕਰ ਦਿੱਤਾ ਗਿਆ? ਪਹਿਲਾਂ ਕਿ ਐਸੇ ਸੈਕਸ਼ਨ ਪਾਏ ਆ ਕਿ ਜਿਹੜੇ ਆਰਮਸ ਐਕਟ ਜਿਹੜੀਆਂ ਇਹਨਾਂ ਨੇ ਪਾਈਆਂ, ਇੱਥੇ ਐਸੇ ਕੀ ਆਰਮਸ ਇਹਨਾਂ ਨੂੰ ਮਿਲ ਗਈਆਂ? ਹਥਿਆਰ। ਮੋਹਾਲੀ ਜਿਹੜੀ ਐਫਆਈਆਰ ਹੋਈ ਹੈ ਮਟੌਰ ਥਾਣੇ 'ਚ 26 ਨੰਬਰ, ਉਹਦੇ ਵਿੱਚ 307 ਲਗਾਈ ਗਈ ਆ। ਜਿਹੜੀਆਂ ਧਾਰਾਵਾਂ ਮੋਹਾਲੀ ਪੁਲਿਸ ਨੇ ਲਾਈਆਂ ਨੇ, ਉਹ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਵਾਕਈ ਕਾਨੂੰਨੀ ਪਹਿਲੂ ਤੋਂ ਉਹ ਸਹੀ ਨੇ ਜਾਂ ਫਿਰ ਗਲਤ ਲਾਈਆਂ ਨੇ? ਦੋਵੇਂ ਐਫਆਈਆਰ ਤਾਂ ਦੋਵੇਂ ਹੀ ਫਾਲਸ ਨੇ। ਪਹਿਲੀ ਗੱਲ ਤਾਂ ਤੁਹਾਨੂੰ ਮੈਂ ਜਿਵੇਂ ਕਲੀਅਰ ਕੀਤਾ ਕਿ ਇੱਕ ਆਫੈਂਸ ਦੀਆਂ 2 ਐਫਆਈਆਰ ਲਾਂਚ ਨਹੀਂ ਕਰ ਸਕਦੇ। ਜੇ ਉਹਨਾਂ ਨੇ ਲਾਈਆਂ, ਉਹ ਕਿਸ ਇੰਸੀਡੈਂਟ, ਇੱਕ ਸੇਮ ਪਲੇਸ ਦੇ ਜਿਹੜੀ ਜੁਡੀਕਸ਼ਨ ਜਿਹੜੇ ਥਾਣੇ ਦੀ ਆਉਂਦੀ ਹੈ ਉਹੀ ਐਫਆਈਆਰ ਲਾਂਚ ਕਰ ਸਕਦਾ, ਨਾ ਕਿ ਦੂਸਰਾ ਥਾਣਾ ਲਾਂਚ ਕਰ ਸਕਦਾ। ਜਿਹੜੀ ਇੰਸੀਡੈਂਟ ਹੋਇਆ, ਜੇ ਉਹ ਕਹਿ ਰਹੇ ਆ PS 36 ਦਾ ਹੋਇਆ, ਜੇ ਪੁਲਿਸ ਸਟੇਸ਼ਨ 36 ਚੰਡੀਗੜ੍ਹ ਦਾ ਹੋਇਆ ਤਾਂ ਉੱਥੋਂ ਦੀ ਐਫਆਈਆਰ ਲਾਂਚ ਕਰ ਸਕਦੇ ਆ। ਜੇ ਮੰਟੋਰ ਦਾ ਹੋਇਆ ਤੇ ਫਿਰ ਮੰਟੋਰ ਕਰ ਸਕਦਾ। ਫਿਰ ਇਹਨਾਂ ਦੇ ਆਪਸ 'ਚ ਇਹਨਾਂ ਦੀ ਆਪ ਦੀ ਕੰਟਰੋਵਰਸੀ ਹੈ ਕਿ ਇਹ ਆਪਸ 'ਚ ਇਹਨਾਂ ਨੂੰ ਕਲੀਅਰ ਨਹੀਂ ਹੈ ਕਿ ਐਫਆਈਆਰ ਲਾਂਚ ਕਿਹੜੇ ਥਾਣੇ 'ਚ ਕਰਨੀ ਹੈ। ਜਿਹੜੀਆਂ ਧਾਰਾ ਲਾਈਆਂ ਨੇ, ਐਫਆਈਆਰ ਕਹਿੰਦੀ ਹੈ ਕਿ 32 ਬੰਦੇ ਜ਼ਖਮੀ ਹੋਏ ਨੇ ਚੰਡੀਗੜ੍ਹ ਵਾਲੀ। ਦੂਜੀ ਐਫਆਈਆਰ ਕਹਿੰਦੀ ਆ
ਕਿ 2 ਬੰਦੇ ਜ਼ਖਮੀ ਹੋਏ ਨੇ। ਇਹਨਾਂ ਦੇ ਤੱਥਾਂ 'ਚ ਵੀ ਗੜਬੜਾ ਫਿਰ। ਇਹਨਾਂ ਦੇ ਖੁਦ ਆਪਦੇ ਬਿਆਨ ਹੀ ਪੂਰੇ ਨਹੀਂ। ਇੱਕ ਐਫਆਈਆਰ 'ਚ ਇਹਨਾਂ ਦੇ ਬਿਆਨ ਆਉਂਦੇ ਆ ਕਿ ਇੱਥੇ 1000 ਤੋਂ ਵੱਧ ਬੰਦਾ ਉਹ ਇਕੱਠਾ ਹੋ ਗਿਆ। ਇੱਥੇ ਖਾਲਿਸਤਾਨ ਮੂਵਮੈਂਟ ਦੇ ਲੋਕ ਇਕੱਠੇ ਹੋਏ ਸੀਗੇ। ਇੱਥੇ ਪਹਿਲੀ ਗੱਲ ਤਾਂ ਇੱਥੇ ਜਿਹੜੇ ਲੋਕ ਇਕੱਠੇ ਹੋਏ ਆ ਉਹ ਇੱਥੋਂ ਉੱਠ ਕੇ ਆਏ, ਉਹ ਸਾਹਮਣੇ ਇੱਥੇ 31 ਤੋਂ 32 ਬੰਦੇ ਇੱਕ ਐਫਆਈਆਰ 'ਚ ਇਹਨਾਂ ਨੇ ਇਹ ਲਿਖਿਆ ਕਿ 31 ਤੋਂ 32 ਚ 30 ਤੋਂ 40 ਬੰਦੇ ਇੱਥੇ ਬੰਦੇ ਸੀਗੇ। ਦੂਸਰੇ ਪਾਸੇ ਇਹਨਾਂ ਨੂੰ ਕਿਹਾ ਗਿਆ, ਦੂਸਰੀ ਐਫਆਈਆਰ 'ਚ ਜਿਹੜਾ ਇਹਨਾਂ ਦੇ ਡੀਜੀਆਈ ਪੁਲਿਸ ਅਧਿਕਾਰੀਆਂ ਵੱਲੋਂ ਬਿਆਨ ਆ ਰਹੇ ਆ ਕਿ 1000 ਤੋਂ ਵੱਧ ਬੰਦੇ। ਇਹਨਾਂ ਦੇ ਖੁਦ ਨਹੀਂ ਇਹਨਾਂ ਨੂੰ ਕਲੀਅਰ ਕਿ ਇੱਥੇ ਬੰਦੇ ਕਿੰਨੇ ਸੀਗੇ। ਸੋ ਐਫਆਈਆਰ ਲਾਂਚ ਕਰਨ ਦੇ ਪਹਿਲੀ ਥਾਣਾ ਕਲੀਅਰ ਕਰਨ, ਜਿਹਦੀ ਜੁਰਿਡਿਕਸ਼ਨ ਬਣਦੀ ਹੈ ਉਹ ਕਲੀਅਰ ਕਰਨ, ਜਿਹੜੇ ਆਫੈਂਸ ਹੋਏ ਆ ਉਹ ਕਲੀਅਰ ਕਰਨ, ਉਸ ਤੋਂ ਬਾਅਦ ਐਫਆਈਆਰ ਲਾਂਚ ਹੋਣੀ ਚਾਹੀਦੀ ਹੈ। ਇਹਦੇ ਖਿਲਾਫ ਅਸੀਂ ਕੰਪਲੇਂਟ ਵੀ ਫਾਈਲ ਕਰਾਂਗੇ ਜਿਹੜੀ ਐਫਆਈਆਰ ਲਾਂਚ ਹੋਈ ਹੈ। ਕੰਪਲੇਂਟ ਕਿੱਥੇ ਹੋਏਗੀ? ਇਹ ਕੋਰਟ ਦੇ ਵਿੱਚ ਜਾਓਗੇ? ਕੋਰਟ 'ਚ ਫਾਈਲ ਕਰਾਂਗੇ। ਪਰ ਉਸ ਤੋਂ ਪਹਿਲਾਂ ਜੇ ਜਾਂਚ ਹੋ ਜਾਏ ਸਾਰੇ ਮਾਮਲੇ ਦੀ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ, ਉਹ ਨਹੀਂ ਠੀਕ? ਨਹੀਂ, ਜਾਂਚ ਹੋ ਜੇ ਤਾਂ ਬਹੁਤ ਵਧੀਆ ਗੱਲ ਆ। ਇਹਨਾਂ ਨੂੰ ਖੁਦ ਇਹ ਜਾਂਚ, ਪਹਿਲੀ ਗੱਲ ਤਾਂ ਇਹ ਜਾਂਚ ਹੋਣ ਤੇ ਬਗੈਰ ਇਹਨਾਂ ਨੇ ਐਫਆਈਆਰ ਲਾਂਚ ਕਰਨੀ ਵੀ ਨਹੀਂ ਚਾਹੀਦੀ ਸੀਗੀ। ਜਦੋਂ ਪੱਥਰਬਾਜੀ ਤੁਹਾਨੂੰ ਪਤਾ ਕਿ ਸਾਡੀ ਸਾਈਡ ਤੋਂ ਹੋਈ ਆ, ਫਿਰ ਇਹਨਾਂ ਨੂੰ ਜਾਂਚ ਕਰਕੇ ਐਫਆਈਆਰ ਨਹੀਂ ਕਰਨੀ ਚਾਹੀਦੀ ਸੀ। ਇਹਨਾਂ ਨੇ ਸਵੇਰੇ ਉੱਠੇ ਆ, ਸ਼ਾਮ ਨੂੰ ਐਫਆਈਆਰ ਲਾਂਚ ਕਰਤੀ, ਅਗਲੇ ਦਿਨ ਪੰਜਾਬ ਪੁਲਿਸ ਨੇ ਐਫਆਈਆਰ ਲਾਂਚ ਕਰਤੀ ਹੈ। ਇਹ ਕੋਈ ਬਣਦਾ ਕਾਨੂੰਨ ਵੀ ਦੇਖਿਆ ਜਾਵੇ। ਦੋਨੇ ਐਫਆਈਆਰ ਦੇ ਵਿੱਚ ਦਰਜ ਆ ਕਿ ਵੀਡੀਓਗ੍ਰਾਫੀ ਕੀਤੀ ਹੋਈ ਆ, ਵੀਡੀਓਗ੍ਰਾਫੀ ਚੋਂ ਦੇਖ ਕੇ, ਵੀਡੀਓ ਵਿੱਚੋਂ ਦੇਖ ਕੇ ਬੰਦਿਆਂ ਨੂੰ ਅਰੈਸਟ ਕਰਾਂਗੇ, ਫਿਰ ਅੱਗੇ ਕੇਸ ਚੱਲੇਗਾ। ਜਦੋਂ ਟ੍ਰਾਇਲ ਚੱਲ ਪਿਆ ਫਿਰ ਇੱਕ ਐਫਆਈਆਰ ਆਟੋਮੈਟਿਕ, ਫਿਰ ਤੁਸੀਂ ਕਹੋਗੇ ਇੱਕ ਨੂੰ ਰੱਦ ਕਰੋ। ਇੱਕ ਰੱਦ ਆਪੇ ਆਟੋਮੈਟਿਕਲੀ ਹੋ ਜਾਣੀ ਹੈ। 2 ਐਫਆਈਆਰ ਇੱਕ ਆਫੈਂਸ ਦੀਆਂ ਨਹੀਂ ਹੋ ਸਕਦੀਆਂ। ਔਰ ਦੂਸਰੀ ਗੱਲ, ਜੇ ਇਹਨਾਂ ਕੋਲੇ ਵੀਡੀਓ ਆ, ਜਿਨ੍ਹਾਂ ਨੇ ਨਾਮਜ਼ਦ ਕੀਤੇ ਇਹਨਾਂ ਨੇ, ਉਹ ਵੀਡੀਓ ਸ਼ੋਅ ਕਰਨ, ਉਹ ਮੀਡੀਆ ਨੂੰ ਦੇ ਦੇਣ। ਉਹ ਮੀਡੀਆ 'ਚ ਵੀਡੀਓ ਤੇ ਇਹ ਆ ਰਹੀ ਹੈ, ਜੇ ਬਲਵਿੰਦਰ ਸਿੰਘ ਦਾ ਨਾਮ ਪਾਇਆ ਇਹਨਾਂ ਨੇ ਵਿੱਚ, ਬਲਵਿੰਦਰ ਸਿੰਘ ਤਾਂ ਪੁਲਿਸ ਕਰਮਚਾਰੀਆਂ ਨੂੰ ਫੜ ਕੇ ਸਾਈਡ ਤੇ ਲੈ ਕੇ ਜਾ ਰਿਹਾ, ਉਹਨਾਂ ਨੂੰ ਬਚਾ ਰਿਹਾ, ਤੇ ਇਹ ਕਹਿ ਰਿਹਾ 307 ਲਾਉਣੀ ਅਸੀਂ। ਜੇ ਬੰਦਾ ਤੁਹਾਡੇ ਹੀ ਬੰਦੇ ਬਚਾ ਰਿਹਾ ਤਾਂ ਤੁਸੀਂ ਉਹਨਾਂ ਦੇ 307 ਲਾ ਰਹੇ ਹੋ। ਠੀਕ ਹੈ, ਬਾਪੂ ਜੀ ਉੱਤੇ ਇਹਨਾਂ ਨੇ ਐਫਆਈਆਰ ਲਾਂਚ ਕਰਾਤੀ ਹੈ। ਐਫਆਈਆਰ ਉਹਨਾਂ ਦੀ ਵੀਡੀਓ ਤੁਹਾਡੇ ਸਾਹਮਣੇ ਆ, ਸਾਰੀ ਮੀਡੀਆ ਕੋਲੇ ਆ। ਉਹ ਵੀ ਪਾਣੀ ਦਾ ਬਿਸ਼ਾਰਾ ਉਹਨਾਂ ਤੇ ਵੱਜੀਆਂ ਨੇ। ਉਹ ਵੀ ਮੀਡੀਆ ਤੋਂ ਜਿਹੜੇ ਬਚਾ ਕੇ, ਜਿਹੜੀ ਲੇਡੀ ਪੁਲਿਸ ਸੀ ਉਹਨਾਂ ਨੂੰ ਸਾਈਡ ਤੇ ਕਰ ਰਹੇ ਸੀਗੇ, ਜਿਹੜੇ ਘੋੜੇ ਸੀਗੇ ਉਹਨਾਂ ਤੋਂ ਬਚਾ ਕੇ ਸਾਈਡਾਂ ਤੇ ਉਹਨਾਂ ਨੂੰ ਕੱਢ ਰਹੇ ਸੀ ਪੁਲਿਸ ਵਾਲੇ। ਇਹਨਾਂ ਨੇ ਉਹਨਾਂ ਤੇ ਵੀ ਐਫਆਈਆਰ ਲਾਂਚ ਕਰਤੀ ਹੈ। ਪਹਿਲੀ ਗੱਲ ਤਾਂ ਇਹਨਾਂ ਨੂੰ ਮੀਡੀਆ ਨੂੰ ਇਹ ਦੇਣੀ ਚਾਹੀਦੀ, ਕਾਪੀ ਦੇਣੀ ਚਾਹੀਦੀ ਆ ਵੀਡੀਓ ਦੀ, ਜਿਹਦੇ 'ਚ ਦਿਖਾਇਆ ਜਾਵੇ ਕਿ ਵਾਕਈ ਇਹਨਾਂ ਬੰਦਿਆਂ ਨੇ ਐਸਾ ਕੰਮ ਕੀਤਾ ਜਿਹੜਾ 307 ਇਹਨਾਂ ਤੇ ਲੱਗਣੀ ਚਾਹੀਦੀ ਹੈ। ਕਿਉਂਕਿ ਇਹ ਜਿਹੜੀ ਸਿਆਸੀ ਲੜਾਈ ਹੈ, ਪਰਸਨਲ ਲੜਾਈ ਹੈ ਨਹੀਂ। ਕਈ ਵਾਰੀ ਸਿਆਸੀ ਜਿਹੜੇ ਹੈਗੇ ਸਮਝੌਤੇ ਹੋ ਜਾਂਦੇ ਆ ਕਿ ਭਾਈ ਕੇਸ ਵਾਪਸ ਲੈ ਲਓ, ਹਵਾਰੇ ਹੋਰਾਂ ਦਾ ਜਿਹੜਾ ਪੈਰੋਲ ਦਾ ਜਾਂ ਫਿਰ ਰਿਹਾਈ ਦਾ ਪ੍ਰਬੰਧ ਕਰ ਦਿਓ। ਤੁਹਾਨੂੰ ਲੱਗਦਾ ਕਿ ਸਿਆਸੀ ਜੋ ਸਮਝੌਤੇਬਾਜ਼ੀ ਹੋ ਜਾਵੇਗੀ ਉਹਦੇ ਨਾਲ ਇਹ ਮਸਲਾ ਨਿਪਟ ਜਾਏਗਾ? ਜਿਹੜੇ ਖਾਸ ਕਰਕੇ ਪਰਚੇ ਦਰਜ ਹੋਏ ਨੇ, ਜਿਹੜੇ ਪਰਚੇ ਦਰਜ, ਇਹ ਇੱਕ ਹਿਸਾਬ ਦਾ ਜਿਹੜਾ ਦਬਾਅ ਪਾਉਣ ਦਾ ਮੋਰਚੇ ਉੱਤੇ, ਇਹਨਾਂ ਨੂੰ ਪਤਾ ਹੈ ਕਿ ਦਿਨ ਪਰ ਦਿਨ ਮੋਰਚਾ ਵੱਧਦਾ ਜਾ ਰਿਹਾ। ਜੋ ਲੋਕ ਆ, ਇਕੱਤਰਤਾ ਹੋ ਰਹੀ ਆ, ਲੋਕ ਵੱਖਰੀ ਜਥੇਬੰਦੀਆਂ ਇੱਥੇ ਇਕੱਠੀਆਂ ਹੋ ਰਹੀਆਂ, ਕਿਸਾਨ ਜਥੇਬੰਦੀਆਂ ਵੀ ਆ ਉਹ ਵੀ ਇਕੱਠੇ ਹੋ ਰਹੀਆਂ। ਸੋ ਜਿਹੜਾ ਦਬਾਅ ਇਹਨਾਂ ਵੱਲੋਂ ਇਹ ਜਿਹੜੇ ਕੰਮ ਸਟੈਪ ਲਿੱਤੇ ਜਾ ਰਹੇ ਸਿਰਫ ਇਸੇ ਕਰਕੇ ਆ ਤਾਂ ਕਿ ਮੋਰਚੇ ਨੂੰ ਤਾਰਪੀੜ ਕੀਤਾ ਜਾਵੇ, ਉਹਨਾਂ ਦੇ ਉੱਤੇ ਦਬਾਅ ਪਾਇਆ ਜਾਵੇ, ਮੋਰਚੇ ਦਾ ਜਿਹੜਾ ਦਬਾਅ ਪ੍ਰਸ਼ਾਸਨ ਉੱਤੇ ਆ ਉਹ ਘਟਾਇਆ ਜਾਵੇ। ਸੋ ਇਸ ਕਰਕੇ ਮੋਰਚੇ ਦਾ ਦਬਾਅ ਜਿਹੜੇ ਇਹ ਸਟੈਪ ਲੈ ਰਹੇ ਉਹਦੇ ਨਾਲ ਦੇ ਪੰਜਾਬ ਦੇ ਵਿੱਚ ਅਤੇ ਬਾਕੀ ਸਟੇਟਾਂ 'ਚ ਇਹ ਹੋਰ ਗੱਲ ਵਧੂਗੀ ਅਤੇ ਲੋਕ ਹੋਰ ਇੱਥੇ ਪਹੁੰਚਣਗੇ। ਅੱਜ ਬਿਲਕੁਲ ਕੱਲ ਨਾਲੋਂ ਵੱਖਰਾ ਮਾਹੌਲ ਹੈ। ਕੱਲ ਚੰਡੀਗੜ੍ਹ ਪੁਲਿਸ ਤੈਨਾਤ ਸੀਗੀ, ਕੁਝ ਲੇਡੀ ਪੁਲਿਸ ਕਰਮਚਾਰੀ ਵੀ ਸੀ। ਅੱਜ ਪੰਜਾਬ ਪੁਲਿਸ ਹੈ, ਨਾਲ ਹੋਰ ਸੁਰੱਖਿਆ ਫੋਰਸ ਆ। ਕੀ ਲੱਗਦਾ ਕਿ ਅੱਜ ਚੰਡੀਗੜ੍ਹ ਪੁਲਿਸ ਨੇ ਥੋੜਾ ਸਮਝ ਤੋਂ ਕੰਮ ਲੈ ਲਿਆ ਕਿ ਕੱਲ ਵਾਲਾ ਮਾਹੌਲ ਨਾ ਬਣੇ? ਜੇ ਕੱਲ ਹੀ ਇਹ ਸਟੈਪ ਲੈ ਲੈਂਦੇ, ਕੱਲ ਵਾਲਾ ਮਾਹੌਲ ਬਣਨਾ ਹੀ ਨਹੀਂ ਸੀਗਾ। ਜਿਹੜੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਲੀਅਰ ਕਰ ਰਿਹਾ ਕਿ ਜਿਹੜੀ ਉਹ ਪੱਥਰਬਾਜੀ ਨਾ ਸ਼ੁਰੂ ਹੁੰਦੀ ਤੇ ਸਭ ਕੁਝ ਹੋਣਾ ਹੀ ਨਹੀਂ ਸੀਗਾ। ਸੋ ਇਸ ਕਰਕੇ ਜਿਹੜੇ ਕੱਲ ਇਹਨਾਂ ਨੂੰ ਸਟੈਪ ਲਏ ਸੀਗੇ, ਇਹਨਾਂ ਨੇ ਜਿਹੜੇ ਕੰਮ ਕੀਤੇ ਉਹ ਨਾ ਕਰਦੇ ਤਾਂ ਅੱਜ ਸਾਰਾ ਕੁਝ ਕਲੀਅਰ ਹੋਣਾ ਸੀ। ਅੱਜ ਵਾਂਗੂ ਹੀ ਕੱਲ ਸ਼ਾਂਤੀਪੂਰਨ ਬੈਠੇ ਹੋਣਾ ਸੀ ਸਾਰਾ। ਐਵੇਂ ਦਾ ਵੀ ਹੈ ਕਾਨੂੰਨ ਦੇ ਵਿੱਚ ਕੁਝ ਧਾਰਾਵਾਂ, ਜੇ ਕੋਈ ਪੁਲਿਸ ਗਲਤ ਕਰੇ ਪੁਲਿਸ ਤੇ ਵੀ ਕੋਈ ਕਾਰਵਾਈ ਹੋ ਸਕਦੀ ਹੁੰਦੀ ਹੈ? ਉਹਨਾਂ ਦੇ ਖਿਲਾਫ ਕੰਪਲੇਂਟ ਫਾਈਲ ਹੋ ਸਕਦੀ ਆ, ਐਫਆਈਆਰ ਲਾਂਚ ਕਰਨ ਦੀ ਗੱਲ ਹੋ ਕੀਤੀ ਜਾ ਸਕਦੀ ਆ। ਜੇ ਖੁਦ ਨਹੀਂ ਕਰਦੇ ਤਾਂ ਕੋਰਟ ਵੱਲੋਂ ਆਰਡਰ ਦਵਾਇਆ ਜਾ ਸਕਦਾ। ਤੁਸੀਂ ਇਸ ਕਿਸਮ ਦੀ ਤਿਆਰੀ ਕਰ ਲਈ ਤੇ ਕੀ ਤੁਸੀਂ ਤੱਥ ਉਜਾਗਰ ਕਰੋਗੇ ਇਸ ਮਾਮਲੇ ਨੂੰ ਲੈ ਕੇ? ਜਿਹੜੀ ਐਫਆਈਆਰ ਹੋਈ ਹੈ ਉਹਦੇ ਖਿਲਾਫ ਅਸੀਂ ਕੰਪਲੇਂਟ ਫਾਈਲ ਕਰਾਂਗੇ। ਜਿਹੜੀ ਬਣਦੀ ਕਾਨੂੰਨੀ ਇਹਨਾਂ ਦੇ ਖਿਲਾਫ ਵੀ ਬਣਦੀ ਹੋਈ ਉਹ ਵੀ ਅਸੀਂ ਕੋਰਟ ਦੇ ਥਰੂ ਇਹਨਾਂ ਵੀ ਕਰਵਾਵਾਂਗੇ। ਅੱਜ ਦਾ ਜਿਹੜਾ 31 ਮੈਂਬਰੀ ਜਥਾ ਆ, ਇਹਦਾ ਅੱਜ ਦਾ ਪ੍ਰੋਗਰਾਮ ਕੀ ਆ? ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਸਾਡੇ ਦਰਸ਼ਕਾਂ ਨੂੰ। ਡੇਲੀ ਦੀ, ਜਿਵੇਂ ਅਸੀਂ ਡੇਲੀ ਕਿਹਾ ਸੀ, ਡੇਲੀ 31 ਬੰਦਿਆਂ ਦਾ ਜਥਾ ਸੀਐਮ ਹਾਊਸ ਤੱਕ ਪਹੁੰਚ ਕਰੂਗਾ, ਕੂਚ ਕਰਨ ਦੀ ਕੋਸ਼ਿਸ਼ ਕਰੂਗਾ, ਪਰ ਜਿੱਥੇ ਰੋਕਿਆ ਜਾਵੇ ਉੱਥੇ ਬੈਠ ਕੇ ਸਿਮਰਨ ਕਰੂਗਾ। ਇੱਥੋਂ ਤੱਕ ਸੁਣਨ ਨੂੰ ਆਇਆ ਕਿ ਸੀਐਮ ਸਾਹਿਬ ਨੂੰ ਇਹ ਨਹੀਂ ਪਤਾ ਕਿ ਇੱਥੇ ਮੋਰਚਾ ਲੱਗਾ ਹੋਇਆ। ਸੋ ਦੇਖੋ ਕਿ ਕਿੱਡੀ ਇੱਕ, ਮੈਂ ਕਹਿੰਦਾ ਕਿ ਇਹ ਮਾੜੀ ਗੱਲ ਹੈ ਸੀਐਮ ਵਾਸਤੇ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਮੋਰਚੇ ਲੱਗੇ ਹੋਏ ਆ। ਕੱਲ ਵੀ OSD ਉੱਥੇ ਆਏ ਸੀਗੇ ਮਿਸਟਰ ਬਰਾੜ, ਉਹਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਤੁਹਾਡੀ 12 ਤਰੀਕ ਨੂੰ ਮੀਟਿੰਗ ਕਰਾਵਾਂਗੇ।
ਤਾਂ ਵੀ ਥੋੜਾ ਗੁੱਸਾ ਆਇਆ ਸੰਗਤਾਂ ਨੂੰ ਕਿ ਇੰਨਾ ਟਾਈਮ ਹੋ ਗਿਆ ਹਜੇ ਮੀਟਿੰਗ ਫਿਰ ਵੀ 12 ਤਰੀਕ ਨੂੰ, ਉਹ ਵੀ ਕਿਤੇ ਨਾ ਕਿਤੇ ਕੋਈ ਜੋ ਪੰਜਾਬ ਸਰਕਾਰ ਆ ਉਹਦੀ ਜਿਹੜੀ ਗੈਰ ਗੰਭੀਰਤਾ ਨਜ਼ਰ ਆ ਰਹੀ ਹੈ। ਦੇਖੋ ਕਿੱਡੀ ਮਾੜੀ ਗੱਲ ਹੈ, ਜਿਹੜੇ ਸੀਐਮ ਵੋਟਾਂ ਲੈਣ ਤੋਂ ਪਹਿਲਾਂ ਤੁਸੀਂ ਉਹਨਾਂ ਲੋਕਾਂ ਦੇ ਚਰਨਾਂ 'ਚ ਆ ਕੇ ਗੋਡੀ ਹੱਥ ਪੈਰੀ ਹੱਥ ਲਾ ਕੇ ਇਹ ਕਹਿੰਦੇ ਹੋ ਸਾਨੂੰ ਵੋਟਾਂ ਦਿਓ, ਅਤੇ ਦੂਜੀਆਂ ਸਰਕਾਰਾਂ ਤੇ ਟਿੱਪਣੀਆਂ ਕਰਦੇ ਰਹੇ ਹੋ ਤੁਸੀਂ ਕਿ ਇਹ ਲੋਕ ਆਪਦੀਆਂ ਕੁਰਸੀਆਂ ਸਿਆਸੀ ਕੁਰਸੀਆਂ ਦੇ ਉੱਤੇ ਬੈਠੇ ਰਹਿੰਦੇ ਆ, ਲੋਕਾਂ ਨੂੰ ਇਗਨੋਰ ਕਰਦੇ ਰਹਿੰਦੇ ਆ, ਲੋਕੀ ਮੋਰਚੇ ਲਾਉਂਦੇ ਆ, ਆਪਦੇ ਧਰਨੇ ਲਾ ਕੇ ਆਪਦੀਆਂ ਮੰਗਾਂ ਪੂਰੀਆਂ ਕਰਾਉਂਦੇ ਨੇ, ਤੇ ਸਵਾ ਮਹੀਨੇ ਤੋਂ ਲੋਕ ਇੱਥੇ ਬੈਠੇ ਨੇ, ਇਹਨਾਂ ਨੂੰ ਅੱਜ ਨਹੀਂ ਦਿਖ ਰਹੇ। ਅੱਜ ਵੀ ਤਾਂ ਉਹੀ ਲੋਕ ਨੇ, ਉਹੀ ਬਜ਼ੁਰਗ ਨੇ, 90 ਸਾਲ ਦੇ ਬਜ਼ੁਰਗ ਇੱਥੇ ਬੈਠੇ ਹੋਏ ਨੇ, ਛੋਟੇ ਛੋਟੇ ਜਵਾਕ ਇੱਥੇ ਆਣ ਕੇ ਬੈਠੇ ਹੋਏ ਨੇ, ਅੱਜ ਵੀ ਤਾਂ ਉਹ ਇਹੀ ਇਗਨੋਰ ਕਰ ਰਹੇ ਨੇ। ਜੇ ਸੱਤਾ ਆਉਂਦੀ ਹੈ, ਸੱਤਾ ਤੋਂ ਪਹਿਲਾਂ ਰੌਲਾ ਕੀ ਹੈ ਕਿ ਸਰਕਾਰਾਂ ਦਾ ਜਦੋਂ ਸੱਤਾ ਆ ਜਾਂਦੀ ਹੈ ਉਸ ਤੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ, ਤੇ ਸੱਤਾ ਆਉਣ ਦੇ ਸਾਰ ਹੀ ਇਹ ਸਾਰੇ ਚੇਂਜ ਹੋ ਜਾਂਦੇ ਨੇ। ਤੁਸੀਂ ਤੁਹਾਡੇ ਕਾਫੀ ਸੀਨੀਅਰ ਵਕੀਲ ਨੇ, ਅਮਰ ਸਿੰਘ ਚਹਿਲ, ਜਦੋਂ ਉਹਨਾਂ ਦਾ FIR ਦੇ ਵਿੱਚ ਨਾਂ ਆ ਗਿਆ ਉਦੋਂ ਕੀ ਮਹਿਸੂਸ ਕੀਤਾ? ਉਹਨਾਂ ਨਾਲ ਤੁਹਾਡੀ ਕੋਈ ਗੱਲ ਹੋਈ ਹੈ? ਨਹੀਂ ਮਿਲੇ ਆ ਸਾਨੂੰ, ਅਸੀਂ ਕੱਲ ਵੀ ਮਿਲੇ ਆ, ਅੱਜ ਵੀ ਮਿਲੇ ਆ, ਸਾਨੂੰ ਸ਼ਾਮ ਨੂੰ ਕੱਲ ਪਤਾ ਲੱਗ ਗਿਆ, ਜਿਵੇਂ ਸਵੇਰੇ FIR ਸਾਡੇ ਕੋਲ ਪਹੁੰਚ ਗਈਆਂ ਸੀਗੀਆਂ, ਜਦੋਂ ਨਾਮ ਦੇਖਿਆ ਤਾਂ ਇੱਕ ਦੇਖੋ ਕਿੱਡੇ ਵੱਡਾ ਫੇਲੀਅਰ ਹੈ ਇਹਨਾਂ ਵੱਲੋਂ, ਪੁਲਿਸ ਵੱਲੋਂ, ਕਿ ਜਿਹੜਾ ਬੰਦਾ ਇੱਥੇ ਪ੍ਰੈਜ਼ੈਂਟ ਨਹੀਂ ਸੀਗਾ ਉਹਨਾਂ ਦੇ ਖਿਲਾਫ ਹੀ ਫਾਲਸ FIR ਕੱਟ ਰਹੇ ਹੋ, ਕਿੰਨਾ ਇੱਕ ਇਗਨੋਰੈਂਸ ਆ। ਗਲਤ ਹੋ ਜੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਾਂ ਚਹਿਲ ਸਾਹਿਬ ਦਾ ਗਲਤ ਪਾਤਾ, ਫਿਰ ਪੂਰੀ FIR ਤੇ ਜਾਂ ਫਿਰ ਪੂਰੇ ਜੋ ਕੇਸ ਹੁੰਦਾ ਉਹ ਤੇ ਕੋਈ ਅਸਰ ਪੈਂਦਾ ਨੈਗੇਟਿਵ? ਨਹੀਂ ਪੂਰਾ ਪੈਂਦਾ ਹੀ। ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜੇ ਇਹਨਾਂ ਦੇ 2 FIR ਨੇ, ਇਹਨਾਂ ਦੀ ਆਪਸ 'ਚ ਬਿਆਨ ਨਹੀਂ ਰੱਖ ਰਹੇ, ਕੰਟਰੋਵਰਸੀ ਉੱਥੇ ਹੀ ਸ਼ੁਰੂ ਹੋ ਜਾਣੀ। ਸੋ ਅਸੀਂ ਜਿਹੜਾ ਇਹ ਸਾਰੇ ਜਿੰਨੇ ਤੱਤ ਬਣਦੇ ਹੋਏ ਜਿਹੜੇ ਦੋਵੇਂ FIR ਨੂੰ ਲੈ ਕੇ ਅਸੀਂ ਜੱਜ ਸਾਹਿਬ ਸਾਹਮਣੇ ਲੈ ਕੇ ਜਾਵਾਂਗੇ, ਉੱਥੇ ਦਿਖਾਵਾਂਗੇ ਜਿਹੜੀ ਵੀ ਇਹਨਾਂ ਦੀ ਜਿਹੜੇ ਇਹਨਾਂ ਨੇ ਕਾਨੂੰਨ ਲਾਏ, ਸੈਕਸ਼ਨ ਲਾਏ ਨੇ, ਉਹਨਾਂ ਨੂੰ ਪੂਰਾ ਟੁੱਟੂ, ਉਹ ਆਪੇ ਟੁੱਟ ਜਾਣੇ, FIR ਆਪੇ ਕੈਂਸਲ ਹੋ ਜਾਣੀ ਹੈ। ਪਰ ਜਿਹੜਾ ਸਮਾਨ ਹੈ ਹਜੇ ਵੀ ਪੁਲਿਸ ਵਾਲਿਆਂ ਦਾ, ਮੋਰਚੇ ਵਾਲੇ ਬੰਦਿਆਂ ਕੋਲ, ਉੱਥੇ ਵੀ ਕੋਈ ਪੇਚ 'ਚ ਫਸ ਸਕਦਾ ਕਿ ਸਾਡਾ ਸਮਾਨ ਹਜੇ ਤੱਕ ਦਿੱਤਾ ਨਹੀਂ, ਕੁਝ ਸਮਾਨ ਆ, ਕੁਝ ਜੈਕਟਾਂ ਨੇ, ਕੁਝ ਡੰਡੇ ਆ, ਕੁਝ ਟੋਪੀ ਆ, ਉਹਦੇ ਬਾਰੇ ਫਿਰ ਕੋਈ ਸਮਝੌਤੇ ਵਾਲੀ ਗੱਲ ਚੱਲ ਰਹੀ ਹੈ ਪ੍ਰਸ਼ਾਸਨ ਨਾਲ? ਸਾਡੇ ਹਜੇ ਤੱਕ ਕੋਈ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਹੋਈ ਸਮਝੌਤੇ ਬਾਰੇ। ਔਰ ਸਮਾਨ ਵਾਪਸ, ਸਮਾਨ ਦਾ ਅਸੀਂ ਕਰਨਾ ਕਿ ਸਮਾਨ ਜਦੋਂ ਮਰਜ਼ੀ ਲੈ ਜਾਓ ਆਣ ਕੇ ਆਪਦਾ, ਕਿ ਤੁਹਾਡਾ ਸਮਾਨ ਬੈਰੀਕੇਡ ਉੱਥੇ ਪਏ ਨੇ, ਓਪਨ ਪਏ, ਉਹ ਕੋਈ ਛੋਟੇ ਤਾਂ ਹੈ ਨਹੀਂਗੇ, ਛੋਟੇ ਛੋਟੇ ਜਿਹੜੀਆਂ ਜੇਬਾਂ 'ਚ ਪਾ ਕੇ ਲੈ ਗਈਆਂ ਚੀਜ਼ਾਂ, ਬੈਰੀਕੇਡ ਨੇ ਆਣ ਕੇ ਜਦੋਂ ਮਰਜ਼ੀ ਲੈ ਜਾਣ। ਅਕਸਰ ਪਹਿਲਾਂ ਵੀ ਤਾਂ ਬੈਰੀਕੇਡ ਉੱਥੇ ਹੀ ਪਏ ਸੀਗੇ, ਜਿਹੜੇ ਅਸੀਂ ਉੱਥੇ ਅੱਗੇ ਪਿੱਛੇ ਕਰਕੇ ਭੇਜ ਰਹੇ ਨੇ, ਉਹ ਵੀ ਤਾਂ ਬੈਰੀਕੇਡ ਅੱਗੇ ਇੰਨੇ ਬੈਰੀਕੇਡ ਉੱਥੇ ਪਏ, ਉਹ ਤਾਂ ਉਹਨਾਂ ਦੇ ਨਹੀਂ ਰੋਬਰੀ ਦਾ ਕੋਈ ਕੇਸ ਪਾਤਾ। ਕੱਲ ਗੁੱਸੇ ਨਾਲ ਵੀ ਥੋੜਾ ਹੋਇਆ ਕਿਉਂਕਿ ਜਿਹੜੇ ਬੈਰੀਕੇਡ ਉੱਥੇ ਲੈ ਕੇ ਜਾਣੇ ਇੱਕ ਪ੍ਰਤੀਕ ਹੁੰਦਾ ਕਿ ਦੇਖੋ ਤੁਹਾਨੂੰ ਅਸੀਂ ਝੁਕਾਤਾ, ਤੁਹਾਡਾ ਸਮਾਨ ਚੱਕ ਲਿਆ। ਦੇਖੋ ਇੱਕ ਇਹ ਹੈ ਕਿ ਜਦੋਂ ਪਹਿਲਾਂ ਸੰਗਤ ਆਰਾਮ ਨਾਲ ਬੈਠੀ ਹੋਈ ਸੀਗੀ, ਸਾਰੀ ਗੱਲਬਾਤ ਚੱਲ ਰਹੀ ਸੀ, ਪਰ ਜਦੋਂ ਉਧਰੋਂ ਹੁੱਲੜਬਾਜੀ ਸ਼ੁਰੂ ਹੋਈ, ਪੱਥਰਬਾਜੀ ਸ਼ੁਰੂ ਹੋ ਗਈ, ਉਸ ਤੋਂ ਬਾਅਦ ਇਹ ਗੱਲ ਹੈਗੀ ਹੈ ਕਿ ਸੰਗਤ 'ਚ ਵੀ ਰੋਸ ਆਉਣਾ ਸੀਗਾ, ਗੁੱਸਾ ਆਉਣਾ ਸੀਗਾ ਬਕਾਇਦਾ। ਉਸ ਤੋਂ ਬਾਅਦ ਵੀ ਇੱਥੇ ਬਾਪੂ ਗੁਰਚਰਨ ਸਿੰਘ ਇੱਥੇ ਬੈਠ ਕੇ ਆਣ ਕੇ ਸਿਮਰਨ ਕਰਨ ਲੱਗ ਪਏ। ਉਸ ਤੋਂ ਬਾਅਦ ਜਿਹੜਾ ਹੁੱਲੜਬਾਜੀ ਉਸ ਤੋਂ ਫਿਰ ਵੀ ਉਸ ਤੋਂ ਬਾਅਦ ਵਧੀ ਹੈ, ਜਦੋਂ ਇਹਨਾਂ ਨੇ ਲਾਠੀਚਾਰਜ ਕਰਤਾ, ਉਹ ਹੁੱਲੜਬਾਜੀ ਜਦੋਂ ਵੱਧ ਗਈ, ਲਾਠੀਚਾਰਜ ਵਧਿਆ, ਉਸ ਤੋਂ ਬਾਅਦ ਸੰਗਤ ਨੇ ਤੁਹਾਡੇ ਸਾਹਮਣੇ ਜੋ ਸਟੈਪ ਲਏ ਆ ਉਹ ਲੈ ਕੇ ਬੈਰੀਕੇਡ ਵਗੈਰਾ, ਲੋਕਾਂ ਨੇ ਗੁੱਸੇ ਜ਼ਿਆਦਾ ਰੋਸ ਚਾਣ ਕੇ ਵੈਸੇ ਧੂ ਕੇ ਲੈ ਗਏ ਸੀਗੇ। ਕੱਲ ਇੰਦਰਬੀਰ ਸਿੰਘ ਨਿੱਜਰ ਜੋ ਮੰਤਰੀ ਨੇ, ਕੈਬਨਿਟ ਮੰਤਰੀ ਨੇ, ਉਹਨਾਂ ਨਾਲ ਤੁਹਾਡੇ ਵਫਦ ਦੀ ਗੱਲ ਹੋਈ ਹੈ, ਸੀਨੀਅਰ ਲੀਡਰਾਂ ਨਾਲ ਗੱਲ ਹੋਈ ਆ, ਉਹ ਮੀਟਿੰਗ ਦਾ ਕੋਈ ਰਿਜ਼ਲਟ ਆਇਆ, ਕੋਈ ਰਿਸਪੌਂਸ ਮਿਲਿਆ? ਅੱਛਾ, ਕੋਈ ਰਿਸਪੌਂਸ ਨਹੀਂ ਮਿਲਿਆ, ਕੋਈ ਐਸਾ ਸਿੱਟਾ ਨਹੀਂ ਨਿਕਲਿਆ। ਉਹਨਾਂ ਨੇ ਵੀ ਸਾਨੂੰ ਇਹ ਕਿਹਾ ਕਿ ਅਸੀਂ ਗੱਲਬਾਤ ਕਰਾਂਗੇ, ਗੱਲਬਾਤ ਕਰਕੇ ਭਰੋਸੇ 'ਚ ਲੈ ਕੇ ਫਿਰ ਅਸੀਂ ਤੁਹਾਨੂੰ ਕਲੀਅਰ ਕੀਤਾ ਜਾਊਗਾ। ਉਹਨਾਂ ਕੋਲੇ ਖੁਦ ਕੋਲੇ ਪਾਵਰਸ ਹੈ ਨਹੀਂ ਸੀਗੀਆਂ ਕਿ ਉਹ ਡਿਸੀਜਨ ਲੈ ਸਕਦੇ ਸੀ। ਠੀਕ ਹੈ, ਸੋ ਵੀ ਸਾਨੂੰ ਐਡਵੋਕੇਟ ਧਾਲੀਵਾਲ ਜਿਨ੍ਹਾਂ ਨੇ ਪੂਰੇ ਕਾਨੂੰਨੀ ਪਹਿਲੂ ਬਾਰੇ ਜਾਣਕਾਰੀ ਦਿੱਤੀ ਕਿ 2 ਪਰਚੇ ਦਰਜ ਹੋਏ ਨੇ, ਇੱਕ ਮੋਹਾਲੀ, ਇੱਕ ਚੰਡੀਗੜ੍ਹ, ਦੋਨਾਂ ਦੇ ਤੱਥ ਵੱਖਰੇ ਵੱਖਰੇ ਨੇ। ਕੈਮਰਾਮੈਨ ਨੂੰ ਮੈਂ ਕਹਾਂਗਾ ਇੱਕ ਵਾਰੀ ਪੂਰਾ ਮਾਹੌਲ ਦਿਖਾਇਆ ਜਾਵੇ। ਜੋ 43 ਸੈਕਟਰ ਨੂੰ ਜਾਣ ਵਾਲਾ ਜੋ ਰਸਤਾ ਹੈ ਉਹ ਕੱਲ੍ਹ ਵਾਲਿਆਂ ਨੂੰ ਤਸਵੀਰਾਂ ਨਾਲੋਂ ਅੱਜ ਥੋੜ੍ਹੀਆਂ ਤਸਵੀਰਾਂ ਅਲੱਗ ਨੇ। ਅੱਜ ਸਾਰਾ ਕੁਝ ਸ਼ਾਂਤ ਨਜ਼ਰ ਆ ਰਿਹਾ। ਕੱਲ੍ਹ ਇੱਥੇ ਇੱਟਾਂ ਰੋੜੇ ਵੀ ਚੱਲਦੇ ਸੀ, ਡਾਂਗਾਂ ਵੀ ਚੱਲਦੀਆਂ ਸੀ, ਪਾਣੀ ਦੀਆਂ ਵਿਛਾੜਾਂ ਵੀ ਚੱਲਦੀਆਂ ਸੀ। ਅੱਜ ਮੋਰਚੇ ਦੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਸ਼ਾਂਤਮਈ ਢੰਗ ਨਾਲ ਬਕਾਇਦਾ ਇੱਥੇ ਜਾਪ ਕੀਤਾ ਜਾਏਗਾ। ਇੱਕ ਵੱਖਰਾ ਨਜ਼ਾਰਾ ਹੋਰ ਵੇਖਣ ਨੂੰ ਮਿਲ ਰਿਹਾ ਕਿ ਬੈਰੀਗੇਡ ਦੇ ਸਾਹਮਣੇ ਕੱਲ੍ਹ ਪੂਰੀ ਚੰਡੀਗੜ੍ਹ ਪੁਲਿਸ ਤਾਇਨਾਤ ਕੀਤੀ ਹੋਈ ਸੀ, ਉਹਦੇ ਮੂਹਰੇ ਸੁਰੱਖਿਆ ਜਿਹੜੇ ਕਰਮਚਾਰੀ ਸੀ ਉਹ ਸੀ। ਪਰ ਅੱਜ ਕੇਵਲ ਤੇ ਕੇਵਲ ਮੋਹਾਲੀ ਪੁਲਿਸ ਜਾਂ ਪੰਜਾਬ ਪੁਲਿਸ ਤਾਇਨਾਤ ਆ, ਜਿੱਥੋਂ ਲੱਗਦਾ ਹੈ ਕਿ ਮਾਹੌਲ ਬਿਲਕੁਲ ਸ਼ਾਂਤ ਹੈ। ਕੁਝ ਮਿੰਟਾਂ ਬਾਅਦ, ਤਕਰੀਬਨ 3 ਘੰਟੇ ਬਾਅਦ, ਇੱਥੇ ਬੈਠਣ ਤੋਂ ਬਾਅਦ, ਜਾਪ ਕਰਨ ਤੋਂ ਬਾਅਦ ਸੰਗਤ ਇੱਥੋਂ ਚਲੀ ਜਾਏਗੀ। ਸੋ ਲਗਾਤਾਰ ਗਲੋਬਲ ਪੰਜਾਬ TV ਵੱਲੋਂ ਤੁਹਾਨੂੰ ਸਮੇਂ-ਸਮੇਂ ਤੇ ਜੋ ਤਸਵੀਰਾਂ ਨੇ ਉਹ ਦਿਖਾਉਂਦੇ ਰਹਾਂਗੇ। ਕੁਝ ਜਿਹੜੇ ਸਿੰਘ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪੂਰਾ ਇੱਕ ਵਾਰੀ ਮਾਹੌਲ ਦੇਖੋ।
ਇੱਕ ਵਾਰੀ ਜੋ ਪੁਲਿਸ ਕਰਮਚਾਰੀ ਤੈਨਾਤ ਨੇ ਉਹ ਜਿਹੜਾ ਮੌਕਾ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਪੂਰਾ ਮਾਹੌਲ ਹੈ, ਅੱਜ ਪੂਰੀ ਤਿਆਰੀ ਨਾਲ ਪੁਲਿਸ ਕਰਮਚਾਰੀ ਆਏ ਨੇ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ ਕਿ ਕੋਈ ਰੋੜਾ ਨਾ ਚੱਲੇ, ਕੋਈ ਡਾਂਗਾ ਨਾ ਚੱਲਣ। ਜੋ ਬਕਾਇਦਾ ਸਪੈਸ਼ਲ ਜਿਹੜੀ ਟਾਸਕ ਫੋਰਸ ਹੈ ਉਹ ਇੱਥੇ ਤੈਨਾਤ ਕੀਤੀ ਹੋਈ ਹੈ। ਕੱਲ੍ਹ ਤੇ ਅੱਜ ਦੇ ਮਾਹੌਲ ਨਾਲ ਜ਼ਮੀਨ ਅਸਮਾਨ ਦਾ ਫਰਕ ਹੈ, ਜਿਸ ਤੋਂ ਲੱਗਦਾ ਕਿ ਮੋਰਚੇ ਵਾਲੇ ਵੀ ਜ਼ਾਬਤੇ ਵਿੱਚ ਆ ਗਏ ਨੇ ਤੇ ਨਾਲ ਜੋ ਚੰਡੀਗੜ੍ਹ ਪੁਲਿਸ ਆ ਉਹਨੇ ਵੀ ਥੋੜ੍ਹਾ ਸੰਜਮ ਤੋਂ ਕੰਮ ਲਿਆ। ਕਿਉਂਕਿ ਕੱਲ੍ਹ ਜੇਕਰ ਮੋਰਚੇ ਦੇ ਜਿਹੜੇ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਦੇਣ ਆਏ ਸੀ, ਜੇਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਥਾਣੇ ਦੇ ਵਿੱਚ ਲੈ ਜਾਂਦੇ ਤਾਂ ਉਹ ਗੱਲ ਨਹੀਂ ਸੀ ਵਧਣੀ। ਹੁਣ FIR ਦਰਜ ਹੋ ਗਈਆਂ ਨੇ। ਬਕਾਇਦਾ ਇੱਕ ਮਾਹੌਲ ਦੇ ਵਿੱਚ ਜ਼ਰੂਰ ਕੁੜੱਤਣ ਆ ਗਈ ਸੀ। ਅੱਜ ਉਹ ਕੁੜੱਤਣ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ। ਮੇਰੇ ਨਾਲ ਮਨਪ੍ਰੀਤ ਸਿੰਘ ਨੇ, ਇਹਨਾਂ ਨਾਲ ਵੀ ਗੱਲ ਕਰਾਂਗੇ। ਕੱਲ੍ਹ ਵੀ ਇਸ ਮੌਕੇ ਤੇ ਮੌਜੂਦ ਸੀ। ਮਨਪ੍ਰੀਤ ਜੀ, ਕੱਲ੍ਹ ਵਾਲਾ ਜਿਹੜਾ ਮਾਹੌਲ ਸੀ, ਕੱਲ੍ਹ ਜਦੋਂ ਕਾਫੀ ਦੋਨੇ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਪੂਰੀ ਖਿੱਚੋਤਾਣ ਹੋਈ, ਇੱਕ ਦੂਜੇ ਦੇ ਲਾਠੀਆਂ ਵੀ ਚਲਾਈਆਂ, ਤੁਹਾਨੂੰ ਕੀ ਨਜ਼ਰ ਹੈ ਕਿ ਕੱਲ੍ਹ ਪਹਿਲ ਕਿਹਨੇ ਕੀਤੀ ਸਾਰੇ ਕਾਸੇ ਨੂੰ ਲੈ ਕੇ? ਦੇਖੋ ਜੀ, ਮੈਂ ਡੇ 1 ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਕਵਰ ਕਰ ਰਿਹਾ ਗਲੋਬਲ ਪੰਜਾਬ TV ਤੇ ਆਪਾਂ ਦਿਖਾ ਰਹੇ ਹਾਂ। ਕੱਲ੍ਹ ਵੀ ਆਪਾਂ ਇੱਥੋਂ ਜੋ ਕੁਝ ਦਰਸ਼ਕਾਂ ਨੂੰ ਦਿਖਾਇਆ ਉਹਨੂੰ ਰਿਪੀਟ ਕਰਦੇ ਹਾਂ। ਕੱਲ੍ਹ ਜਦੋਂ ਇੱਥੇ ਇਸੇ ਤਰੀਕੇ ਦੇ ਨਾਲ ਜਿਹੜਾ ਜਥਾ ਉਹ ਪਹੁੰਚਿਆ ਸੀਗਾ, ਇੱਕ ਵਾਰ ਦਿਖਾ ਦਿਓ। ਇਸੇ ਤਰੀਕੇ ਦੇ ਨਾਲ ਬੈਠ ਕੇ ਆ ਜਿਹੜਾ ਪ੍ਰਦਰਸ਼ਨ ਆ ਉਹ ਕਰ ਰਹੇ ਸੀ। ਤਾਂ ਇਸ ਤੋਂ ਪਿਛਲਾ ਦਿਨ ਸੀ ਜਿਹੜਾ ਉਹਦੀ ਨੀਂਹ ਹੈ, ਜਿਹੜਾ ਕੱਲ੍ਹ ਇੰਸੀਡੈਂਟ ਹੋਇਆ ਉਹਦੀ ਨੀਂਹ ਦੂਸਰੇ ਦਿਨ ਜਿਹੜੀ ਰੱਖੀ ਗਈ ਸੀ, ਜਿਹੜੀ ਇਹ ਕਾਲ ਸੀਗੀ CM ਹਾਊਸ ਨੂੰ ਕੂਚ ਕਰਨ ਦੀ 31 ਮੈਂਬਰੀ ਜਥਾ, ਕਿਉਂਕਿ 4 ਘੰਟੇ ਉਹਦੇ ਬਿਠਾ ਕੇ ਰੱਖਿਆ ਗਿਆ। ਪਰ ਕੱਲ੍ਹ ਇੱਕ ਗੜਬੜ ਹੋਰ ਸੀ। ਕੱਲ੍ਹ 31 ਜਿਹੜਾ ਜਥੇ ਦੇ ਵਿੱਚ 31 ਮੈਂਬਰਾਂ ਦੀ ਬਜਾਏ ਤਕਰੀਬਨ 100 ਦੇ ਕਰੀਬ ਸੀਗੇ ਬੰਦੇ, ਜਿਹਦੇ ਵਿੱਚ ਕੁਝ ਹੁੱਲੜਬਾਜ਼ ਵੀ ਸੀ। ਕਿਰਪਾਨਾਂ ਵੀ ਉਹਨਾਂ ਨੇ ਕੱਢ ਲਈਆਂ ਸੀ। ਉਹ ਤੋਂ ਵੀ ਲੱਗਿਆ ਕਿ ਮਾਹੌਲ ਦੇ ਵਿੱਚ ਕੁੜੱਤਣ ਆਉਣ ਵਾਲੀ ਆ। ਕਿਤੇ ਨਾ ਕਿਤੇ ਜੋ ਮੋਰਚੇ ਦੇ ਪ੍ਰਬੰਧਕ ਨੇ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਘਾਟ ਜ਼ਾਬਤੇ ਦੀ ਨਜ਼ਰ ਆਈ। ਮੈਂ ਵੀ ਕੱਲ੍ਹ ਵੇਖ ਰਿਹਾ ਸੀ ਕਿ ਜੇਕਰ 31 ਬੰਦੇ ਆਉਂਦੇ ਫਿਰ ਉਹ ਗੱਲ ਉਸ ਲੈਵਲ ਤੇ ਨਹੀਂ ਸੀ ਪਹੁੰਚਣੀ। ਦਰਅਸਲ ਬਿਲਕੁਲ ਹਾਂ, ਇਹ ਜ਼ਰੂਰ ਕਮੀ ਰਹੀ ਹੈ ਕਿਤੇ ਨਾ ਕਿਤੇ ਮੋਰਚੇ ਦੇ ਵੱਲੋਂ। ਪਰ ਇਹ ਜ਼ਰੂਰ ਹੈ ਕਿ ਜਿਹੜੇ ਲੋਕ ਇੱਥੇ ਪਹੁੰਚੇ ਸੀ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਕਿਤੇ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਹੈ ਗ੍ਰਿਫਤਾਰ ਕਰ ਰਿਹਾ ਸੀ ਪਹਿਲੇ ਤਰੀਕੇ ਦੇ ਨਾਲ। ਜਿਹੜਾ ਉਹ ਰੂਟੀਨ ਆ ਉਹਨੂੰ ਅੱਛੇ ਤਰੀਕੇ ਦੇ ਨਾਲ ਫੋਲੋ ਨਹੀਂ ਕੀਤਾ ਜਾ ਰਿਹਾ ਸੀ। ਜੇ ਉਸੇ ਤਰੀਕੇ ਦੇ ਨਾਲ ਗ੍ਰਿਫਤਾਰੀ ਪਾਈ ਜਾਂਦੀ ਤਾਂ ਲੋਕ ਬੈਠ ਕੇ ਜਾਂਦੇ, ਉਹਨਾਂ ਨੂੰ ਗ੍ਰਿਫਤਾਰ ਹੋ ਜਾਂਦੇ ਤੇ ਦੂਸਰੇ ਪ੍ਰਦਰਸ਼ਨਕਾਰੀ ਪਿੱਛੇ ਮੁੜ ਜਾਂਦੇ। ਤਾਂ ਜਦੋਂ ਉਹਨਾਂ ਦੀ ਸਮੇਂ ਸਿਰ ਗ੍ਰਿਫਤਾਰੀ ਨਹੀਂ ਹੋਈ, ਉਹਨਾਂ ਦਾ ਪ੍ਰਦਰਸ਼ਨ ਕਰਨ ਦਾ ਤਰੀਕਾ ਜਿਹੜਾ ਨਹੀਂ, ਉਹ ਜਿਹੜਾ ਢੁਕਵਾਂ ਹੋਇਆ CM ਹਾਊਸ ਤੱਕ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ, ਚੰਡੀਗੜ੍ਹ ਵੜਨ ਨਹੀਂ ਦਿੱਤਾ ਗਿਆ ਜਮਾਂ। ਜਿਹੜਾ ਪੰਜਾਂ ਦਾ ਜਿਹੜਾ ਜਥਾ ਸੀਗਾ ਉਹਨਾਂ ਨੂੰ ਵੀ ਮਨਾ ਕਰ ਦਿੱਤਾ ਗਿਆ। ਤਾਂ ਉੱਥੋਂ ਕਿਤੇ ਨਾ ਕਿਤੇ ਪ੍ਰਦਰਸ਼ਨਕਾਰੀਆਂ ਤੇ ਔਰ ਪੁਲਿਸ ਦੇ ਵਿੱਚ ਜਿਹੜੀ ਦਰਾਰ ਆਈ ਔਰ ਹਲਕਾ ਜਿਹੜਾ ਪਹਿਲਾਂ ਜਿਹੜਾ ਪੁਲਿਸ ਨੇ ਪਾਣੀ ਛੱਡਿਆ ਸੀਗਾ ਉਹਦੇ ਤੋਂ ਜਿਹੜਾ ਹਲਕਾ ਲਾਠੀਚਾਰਜ ਸੀਗਾ ਉਹਦੇ ਤੋਂ ਜਿਹੜੇ ਨਾਰਾਜ਼ ਹੋ ਕੇ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਜਦੋਂ ਗੱਲ ਗਈ ਤਾਂ ਉੱਥੋਂ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੇ ਨੌਜਵਾਨ ਪਹੁੰਚੇ। ਨਿਹੰਗ ਸਿੰਘ ਜਿਹੜੇ ਘੋੜਿਆਂ ਦੇ ਉੱਪਰ ਵੀ ਆਏ, ਉਹ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਆਏ। ਫਿਰ ਉੱਥੇ ਨਾ ਤਾਂ ਆਰਗੂਮੈਂਟ ਹੋਇਆ, ਹਾਲਾਂਕਿ ਮੋਰਚੇ ਦੇ ਆਗੂ ਮੈਂ ਅੱਖੀਂ ਦੇਖਿਆ, ਅਸੀਂ ਕੈਮਰੇ ਤੇ ਵੀ ਦਿਖਾਇਆ ਕਿ ਉਹ ਸ਼ਾਂਤ ਕਰ ਰਹੇ ਸੀ। ਜਿਹੜੀ ਸਥਿਤੀ ਆ ਉਸ ਨੂੰ ਕੰਟਰੋਲ ਕਰ ਲਿਆ ਜਾਵੇ। ਜਿਹੜੇ ਨੌਜਵਾਨ ਗਰਮੀ ਦੇ ਵਿੱਚ ਨੇ ਉਹਨਾਂ ਨੂੰ ਸ਼ਾਂਤ ਕੀਤਾ ਜਾ ਰਿਹਾ ਸੀ, ਪਰ ਪਿੱਛੋਂ ਜਿਹੜਾ ਯੂਥ ਆਇਆ, ਜਿਹੜੇ ਨੌਜਵਾਨ ਆਏ ਉਹ ਗਰਮੀ ਦੇ ਵਿੱਚ ਸੀ। ਉੱਥੇ ਕਿਤੇ ਨਾ ਕਿਤੇ ਗੱਲ ਇਹ ਜਾ ਚੁੱਕੀ ਸੀ ਕਿ ਪੁਲਿਸ ਨੇ ਜਿਹੜਾ ਲਾਠੀਚਾਰਜ ਕਰ ਦਿੱਤਾ। ਇੱਕ ਪਰਚਾ ਸਵੇਰੇ ਹੋਇਆ ਚੰਡੀਗੜ੍ਹ ਪੁਲਿਸ ਵੱਲੋਂ, 4 ਬੰਦਿਆਂ ਦੇ ਨਾਂ ਨੇ। ਇੱਕ ਮਾਹਲੀ ਪਰਚਾ ਦਰਜ ਹੋਇਆ। ਤੁਹਾਡੀ ਕਿਸੇ ਇੱਥੇ ਪ੍ਰਬੰਧਕਾਂ ਨਾਲ ਜਾਂ ਫਿਰ ਇੱਥੇ ਜਿਹੜੇ ਵਰਕਰ ਨੇ ਜਾਂ ਜੋ ਮੋਰਚੇ ਦਾ ਹਿੱਸਾ ਬਣੇ ਹੋਏ ਨੇ ਉਹਨਾਂ ਨਾਲ ਕੋਈ ਗੱਲ ਹੋਈ ਆ ਕਿ ਪਰਚਿਆਂ ਦਾ ਕੋਈ ਅਸਰ ਹੋਏਗਾ? ਪਰਚੇ ਇਸ ਅੰਦੋਲਨ ਨੂੰ ਥੋੜਾ ਡਾਊਨ ਕਰ ਸਕਣਗੇ? ਬਿਲਕੁਲ ਜੀ, ਮੈਂ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਰਿਹਾ ਔਰ ਜਿਹੜੇ ਐਡਵੋਕੇਟਸ ਨੇ ਇੱਥੇ ਮੋਰਚੇ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਿਹਾ। ਤੁਸੀਂ ਵੀ ਮਿਲ ਰਹੇ ਹੋ, ਮੋਰਚੇ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਸੁਬਾਹ ਅਸੀਂ ਪ੍ਰੈਸ ਕਾਨਫਰੰਸ ਵੀ ਦਿਖਾਈ ਹੈ। ਉਹਦੇ ਵਿੱਚ ਇਹ ਹੈ ਕਿ ਪਰਚਿਆਂ ਦਾ ਕੋਈ ਜ਼ਿਆਦਾ ਅਸਰ ਨਹੀਂ ਹੋਏਗਾ। ਪਰਚੇ ਮੋਰਚਿਆਂ ਦੇ ਦਰਮਿਆਨ ਪੈਂਦੇ ਨੇ। ਲੋਕਾਂ ਦੀ ਹੁਣ ਜਿਹੜੀ ਪ੍ਰੈਕਟਿਸ ਹੈ ਉਹ ਹੋ ਚੁੱਕੀ ਹੈ ਕਿਸਾਨ ਅੰਦੋਲਨ ਕਰਕੇ, ਕਿਉਂਕਿ ਪਰਚੇ ਹੁੰਦੇ ਨੇ। ਵੱਖ-ਵੱਖ ਕਾਲਾਂ ਸੀਗੀਆਂ ਜਿਹੜੀਆਂ ਲੋਕ ਇਸ ਕਹਿਣ ਲੱਗ ਗਏ ਨੇ, ਆਮ ਜੀ ਗੱਲ ਹੋ ਗਈ ਆ ਪਰਚਾ। ਲੋਕ ਕਹਿਣ ਲੱਗ ਗਏ ਨੇ ਪਰਚੇ ਦਾ ਕੀ ਹੈ, ਪਰਚਾ ਤਾਂ ਪੈਂਦਾ ਹੀ ਹੁੰਦਾ। ਤਾਂ ਇਹ ਜਿਹੜੀਆਂ ਗੱਲਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਪੁਲਿਸ ਕਰਮਚਾਰੀ ਨੇ ਉਹਨਾਂ ਨੂੰ ਵੀ ਲੰਗਰ ਆਫਰ ਕੀਤਾ ਜਾ ਰਿਹਾ, ਜਿਸ ਤੋਂ ਲੱਗਦਾ ਕਿ ਅੱਜ ਮਾਹੌਲ ਬਿਲਕੁਲ ਸ਼ਾਂਤਮਈ ਹੈ, ਭਾਈਚਾਰਕ ਏਕਤਾ ਵਾਲਾ ਮਾਹੌਲ ਹੈ। ਇਸ ਤੋਂ ਬਾਅਦ ਕੁਝ ਜੋ 31 ਮੈਂਬਰੀ ਜਥਾ ਇੱਥੇ ਗ੍ਰਿਫਤਾਰੀ ਦੇਣ ਪਹੁੰਚਿਆ, ਉਹ ਵੀ ਤੁਹਾਨੂੰ ਉਹਨਾਂ ਨਾਲ ਵੀ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਪੁਲਿਸ ਵਾਲਿਆਂ ਦਾ ਜਿਨ੍ਹਾਂ ਨੂੰ ਆਫਰ ਹੋਇਆ ਲੰਗਰ ਕਿ ਤੁਸੀਂ ਲੰਗਰ ਛਕ ਸਕਦੇ ਹੋ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਲੰਗਰ ਛਕ ਲਿਆ। ਸੋ ਇੱਕ ਵਧੀਆ ਮਾਹੌਲ ਜਿਹੜਾ ਇੱਥੇ ਮੋਰਚੇ ਤੇ ਜੋ ਨਜ਼ਰ ਆਉਣ ਲੱਗਿਆ ਤੇ ਜਾਪ ਸਾਹਿਬ ਦਾ ਪਾਠ ਸੰਗਤਾਂ ਫਿਰ ਕਰ ਰਹੀਆਂ ਨੇ। ਕੁਝ ਟਾਈਮ ਬਾਅਦ ਅੱਜ ਦਾ ਜਿਹੜਾ ਮੋਰਚਾ ਖਤਮ ਹੋ ਜਾਏਗਾ।
ਲਗਾਤਾਰ ਤੁਸੀਂ ਜੁੜੇ ਰਹਿਣਾ ਗਲੋਬਲ ਪੰਜਾਬ ਟੀਵੀ ਦੇ ਨਾਲ। ਤੁਹਾਨੂੰ ਫਿਰ ਇੱਕ ਜਾਣਕਾਰੀ ਦੇ ਦਈਏ ਕਿ ਮੋਹਾਲੀ ਪੁਲਿਸ ਵੱਲੋਂ ਵੀ ਇੱਕ FIR ਦਰਜ ਕੀਤੀ ਗਈ ਆ ਜੋ ਅਣਪਛਾਤਿਆਂ ਖਿਲਾਫ ਹੈ। ਇਹ ਵੀ ਕਿਹਾ ਗਿਆ ਕਿ ਵੀਡੀਓਗ੍ਰਾਫੀ ਕਰਾਈ ਹੈ ਪੁਲਿਸ ਨੇ, ਜਿਹੜੇ ਵੀ ਮੁਲਜ਼ਮ ਹੋਏ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ। ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਹੋਰ ਵੱਖਰੀ FIR ਹੋਈ ਆ, ਉਹਦੇ ਵਿੱਚ 4 ਜਿਹੜੇ ਹੈਗੇ ਪ੍ਰਬੰਧਕ ਨੇ, ਜਿਹਦੇ ਵਿੱਚ ਬਾਪੂ ਗੁਰਚਰਨ ਸਿੰਘ, ਦਲਸ਼ੇਰ ਸਿੰਘ ਜੰਡਿਆਲਾ, ਬਲਵਿੰਦਰ ਸਿੰਘ ਤੇ ਨਾਲ ਐਡਵੋਕੇਟ ਅਮਰ ਸਿੰਘ ਚਹਿਲ, 4 ਦੇ ਨਾਂ ਨੇ, ਬਾਕੀ ਅਣਪਛਾਤੇ ਨੇ। ਮੋਹਾਲੀ ਦੇ ਵਿੱਚ ਕੇਵਲ ਤੇ ਕੇਵਲ ਅਣਪਛਾਤੇ ਖਿਲਾਫ ਜਿਹੜੀ ਆ FIR ਦਰਜ ਆ। ਵਕੀਲਾਂ ਦਾ ਕਹਿਣਾ ਕਿ ਇੱਕ ਘਟਨਾਕ੍ਰਮ ਨੂੰ ਲੈ ਕੇ 2 ਪਰਚੇ ਦਰਜ ਨਹੀਂ ਹੋ ਸਕਦੇ। ਸੋ ਵਿਵਾਦਾਂ ਦੇ ਵਿੱਚ ਚੰਡੀਗੜ੍ਹ ਤੇ ਮੋਹਾਲੀ ਪੁਲਿਸ ਘਿਰ ਗਈ ਆ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਮੇਰੀ ਸਤਿਕਾਰਯੋਗ ਸੰਗਤ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਏਕਤਾ ਨੂੰ ਦੇਖਦੇ ਹੋਇਆਂ ਮਨ ਬਹੁਤ ਪ੍ਰਸੰਨ ਹੁੰਦਾ ਹੈ। ਮੈਂ ਬਾਹਲੀ ਲੰਬੀ ਸਪੀਚ ਤਾਂ ਨਹੀਂ ਦੇ ਸਕਦੀ, ਕਿਉਂਕਿ ਮੈਂ ਵੀ ਕਾਮ ਪਰਿਵਾਰ 'ਚੋਂ ਉੱਠ ਕੇ ਜਦੋਂ ਬੰਦੇ 'ਤੇ ਵਕਤ ਪੈਂਦਾ ਤੇ ਕਹਿੰਦੇ ਉਹਨਾਂ ਨੂੰ ਬੋਲਣਾ ਪੈਂਦਾ ਆਪਦੇ ਇਨਸਾਫ ਲਈ। ਜਿਵੇਂ ਹੁਣ ਬਾਪੂ ਜੀ ਬੈਠੇ ਆ, ਤੁਸੀਂ ਉਹਨਾਂ ਦਾ ਸਹਾਰਾ ਬਣਿਓ। ਕੱਲ੍ਹ ਮੇਰੇ 'ਤੇ ਵੀ ਪਹਾੜ ਜੱਡਾ ਦੁੱਖ ਸੀ, ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਆ ਕੇ ਸਾਡਾ ਦੁੱਖ ਵੰਡਾਇਆ ਤੇ ਸਾਡੇ ਹੌਸਲਿਆਂ ਨੂੰ ਕਾਇਮ ਰੱਖਿਆ। ਮੈਂ ਤੁਹਾਡੇ ਚਰਨਾਂ 'ਚ ਆਪਣਾ ਸਿਰ ਹਮੇਸ਼ਾ ਨੀਵਾਂ ਰੱਖੂੰਗੀ, ਕਿਉਂਕਿ ਸ਼ੁਭਦੀਪ ਤਾਂ 9 ਮਹੀਨੇ ਪਹਿਲਾਂ ਹੀ ਸਾਡੇ ਭਰਾਵਾਂ ਦਾ ਜ਼ਿਕਰ ਕਰ ਗਿਆ ਸੀ ਕਿ ਪਤਾ ਨਹੀਂ ਉਸ ਦੀ ਸੋਚ ਨੂੰ ਲੈ ਕੇ ਹੀ ਉਹਦੇ ਨਾਲ ਐਡੀ ਵੱਡੀ ਘਟਨਾ ਹੋ ਗਈ। ਮੈਂ ਵੀ ਇਹੀ ਕਹਿਣਾ ਚਾਹੂੰਗੀ ਕਿ ਕਾਨੂੰਨ ਸਾਰਿਆਂ ਲਈ ਇੱਕ ਬਣਾਇਆ ਹੈ ਤੇ ਫਿਰ ਉਹ ਇੱਕ ਦੀ ਤਰ੍ਹਾਂ ਕਿਉਂ ਨਹੀਂ ਹੈਗਾ। ਕੁਝ ਸਾਡੇ ਯੋਧੇ ਆਪਣੀਆਂ ਜਿਹੜੀਆਂ ਸਜ਼ਾਵਾਂ ਨੇ ਪੂਰੀਆਂ ਕਰ ਚੁੱਕੇ ਐ, ਉਹਨਾਂ ਵੱਲ ਕੋਈ ਧਿਆਨ ਨਹੀਂ ਕਿਸੇ ਦਾ। ਇੱਕ ਕਿਸੇ ਨੇ ਇੰਨੇ ਕ੍ਰਾਈਮ ਕਰਕੇ ਉਹ ਬਾਰ-ਬਾਰ ਪੈਰੋਲ ਤੇ ਆ ਰਹੇ ਨੇ। ਇਸ ਲਈ ਹੁਣ ਕਾਨੂੰਨ ਤੋਂ ਵੀ ਵਿਸ਼ਵਾਸ ਉੱਠ ਗਿਆ। ਕਿਉਂਕਿ ਜਿਹੜੇ ਸੱਚ ਬੋਲਦੇ ਆ, ਸੱਚ ਬੋਲਣਾ ਇੱਕ ਬਹੁਤ ਵੱਡਾ ਗੁਨਾਹ ਹੈ। ਉਹਨਾਂ ਤੋਂ ਇਹ ਲੋਕ ਡਰਦੇ ਆ। ਸਾਨੂੰ ਧਰਨਿਆਂ ਦੀ ਲੋੜ ਕਿਉਂ ਪਈ? ਕਿਉਂਕਿ ਜਦੋਂ ਸਾਡੇ ਲਈ ਇਨਸਾਫ ਜਾਂ ਇੱਕ ਸੋਚ ਨਹੀਂ ਰੱਖੀ ਕਾਨੂੰਨ ਨੇ, ਤਾਂ ਕਰਕੇ ਸਾਨੂੰ ਧਰਨੇ ਲਾਉਣੇ ਪੈਂਦੇ ਆ ਕਿਸੇ ਵੀ ਚੀਜ਼ ਲਈ। ਹੁਣ ਜਿਹੜੇ ਤਾਂ ਸਾਡੇ ਵਰਗੇ ਪੀੜਤ ਹੈ, ਉਹ ਤਾਂ ਵਿਚਾਰੇ ਧਰਨਾ ਲਾ ਕੇ ਮਾੜਾ ਮੋਟਾ ਉਹਦੇ ਲਈ ਇਨਸਾਫ ਮੰਗ ਸਕਦੇ ਆ। ਕੁਛ ਜਿਹੜੇ ਵਿਚਾਰੇ ਘਰੇ ਬੈਠੇ ਵੀਰ ਕਹਿ ਦਿੰਦੇ ਆ ਕਿ ਵੀ ਭਾਲ ਲਓ ਕੋਈ ਸੜਕ, ਉੱਥੇ ਤੁਸੀਂ ਬਹਿ ਜਾਓ ਧਰਨਾ ਲਾ ਕੇ। ਧਰਨੇ ਲਾਉਣੇ ਕੋਈ ਸੌਖੀ ਗੱਲ ਨਹੀਂ ਹੈਗੀ। ਨੌਜਵਾਨ ਮੇਰੇ ਬੱਚੇ ਸਾਰੇ ਕੰਮ ਛੱਡ ਕੇ, ਕੋਈ ਵਿਹਲਾ ਨਹੀਂ ਹੈਗਾ ਵੀ ਜਿਹੜਾ ਆ ਕੇ ਵਿਹਲਾ ਇਕੱਲਾ ਧਰਨਿਆਂ ਜੋਗ ਰਹੀ ਹੈ। ਇਹ ਆਪਦੇ ਹੱਕ ਲਈ ਧਰਨੇ ਮਜਬੂਰ ਹੋ ਕੇ ਲਾਉਣੇ ਪੈਂਦੇ ਨੇ। ਮੈਂ ਤਾਂ ਤੁਹਾਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਵੀ ਤੁਸੀਂ ਸਾਰੇ ਜਣੇ ਇਕਜੁੱਟ ਹੋ ਕੇ ਇਹਨਾਂ ਦਾ ਸਾਥ ਦਿਓ, ਤਾਂ ਜੋ ਸਾਡੇ ਸ਼ੇਰ ਭਰਾ ਜੋ ਜੇਲ੍ਹਾਂ ਵਿੱਚ ਹਜੇ ਵੀ ਸਜ਼ਾਵਾਂ ਭੁਗਤ ਰਹੇ ਨੇ, ਉਹ ਵਿਚਾਰੇ ਵਾਪਸ ਆਉਣ। ਮੇਰੇ ਵੱਲੋਂ ਤੇ ਮੇਰੇ ਨਗਰ, ਮੇਰੀ ਪੰਚਾਇਤ ਨਗਰ ਮੂਸਾ ਵੱਲੋਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਇੱਥੇ ਤੱਕ ਪਹੁੰਚਣ ਤੇ, ਮੇਰੀ ਉਹ ਸੀਗੀ ਆਸ ਤਾਂ ਕਿੱਦਾਂ ਦੀ ਵੀ ਮੈਂ ਜਾਵਾਂ, ਪਰ ਥੋੜ੍ਹੇ ਜਿਹੇ ਘਰ ਦੇ ਹਾਲਾਤ ਤੇ ਬਿਮਾਰੀ ਨੇ ਇੰਨਾ ਮਜਬੂਰ ਕਰਤੇ। ਅੱਜ ਵੀ ਬਸ ਮੈਂ ਇੱਕ ਘਰੋਂ ਨਿਕਲ ਆਈ ਹਾਂ ਵੀ ਮੈਂ ਉੱਥੇ ਜ਼ਰੂਰ ਜਾਣਾ। ਮੈਨੂੰ ਆਤਮਾ ਨੂੰ ਸ਼ਾਂਤੀ ਫੇਰ ਮਿਲੂਗੀ ਜੇ ਮੈਂ ਉੱਥੇ ਜਾਊਂਗੀ। ਆਪਣੀ ਏਕਤਾ ਨੂੰ ਇਸੇ ਤਰ੍ਹਾਂ ਕਾਇਮ ਰੱਖਿਓ।
ਤਾਂ ਜੋ ਆਪਣੇ 'ਚ ਕੋਈ ਪਾੜ ਨਾ ਪਾ ਸਕੇ। ਆਪਣੀ ਏਕਤਾ ਤੋਂ ਇਹ ਲੋਕ ਡਰਦੇ ਹੈ। ਇਸ ਕਰਕੇ ਮੇਰੀ ਤੁਹਾਡੇ ਸਾਰਿਆਂ ਅੱਗੇ ਅਪੀਲ ਹੈ ਵੀ ਆਪਣੀ ਏਕਤਾ ਨੂੰ ਕਾਇਮ ਰੱਖੋ ਤੇ ਆਪਾਂ ਦਿੱਲੀ ਵਾਂਗ ਇਹ ਮੋਰਚਾ ਵੀ ਜ਼ਰੂਰ ਜਿੱਤਾਂਗੇ। ਸਾਡੇ ਬਾਪੂ ਜੀ ਨੂੰ ਪਰਮਾਤਮਾ ਹਿੰਮਤ ਬਖਸ਼ੇ, ਤੁਹਾਨੂੰ ਹਿੰਮਤ ਬਖਸ਼ੇ, ਜਿਨ੍ਹਾਂ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੱਤਾ ਤੇ ਹਮੇਸ਼ਾ ਐਵੇਂ ਜ਼ਿਕਰੀ ਸਾਥ ਦਿੰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿਛਲੀ 19 ਤਰੀਕ ਨੂੰ ਵੀ PGI 10 ਦਿਨ ਇਲਾਜ ਚੱਲਿਆ ਤੇ ਅੱਜ ਵੀ ਉਹ ਚੈੱਕਅਪ ਲਈ ਆਏ ਹੋਏ ਨੇ। ਜੇ ਉਹਨਾਂ ਦੇ ਸਰੀਰ ਨੇ ਆਗਿਆ ਦਿੱਤੀ ਤਾਂ ਉਹ ਵੀ ਜ਼ਰੂਰ ਪਹੁੰਚਣਗੇ ਤੇ ਉਹਨਾਂ ਨੇ ਕਿਹਾ ਵੀ ਮੇਰਾ ਬਾਪੂ ਜੀ ਨੂੰ ਸੁਨੇਹਾ ਲਾਇਓ ਵੀ ਜੇ ਮੈਨੂੰ ਥੋੜਾ ਜਿਹਾ ਮੇਰੀ ਸਰੀਰ ਨੇ ਹਿੰਮਤ ਬਖਸ਼ੀ ਤਾਂ ਮੈਂ ਵੀ ਜ਼ਰੂਰ ਸ਼ਾਮਲ ਹੋਊਂਗਾ। ਜਦੋਂ ਮੋਰਚੇ ਚੱਲਦੇ ਨੇ ਤਾਂ ਮੋਰਚਿਆਂ ਦੇ ਵਿੱਚ ਹੋਰ ਵੀ ਬਹੁਤ ਕੁਝ ਹੁੰਦਾ ਹੈ। ਮੋਰਚਾ ਲੱਗਿਆ ਹੁੰਦਾ ਕਿਸੇ ਖਾਸ ਮੁੱਦੇ ਨੂੰ ਲੈ ਕੇ, ਕਿਸੇ ਖਾਸ ਵਿਸ਼ੇ ਦੇ ਉੱਤੇ, ਖਾਸ ਚਿੰਤਾਵਾਂ ਦੇ ਉੱਪਰ। ਤਾਂ ਇਹ ਮੋਰਚਾ ਜਿਹੜਾ ਮੋਰਚੇ ਦਾ ਵਿਸ਼ਾ ਹੈ ਉਹ ਹੈ ਬੰਦੀ ਸਿੰਘਾਂ ਦੀ ਰਿਹਾਈ। ਕੌਮੀ ਇਨਸਾਫ ਮੋਰਚਾ 1 ਮਹੀਨੇ ਤੋਂ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਪਰ। ਤਾਂ ਇਸ ਮੋਰਚੇ ਦੇ ਵਿੱਚ ਵੀ ਹੋਰ ਬਹੁਤ ਕੁਝ ਹੈ ਜੋ ਅਸੀਂ ਤੁਹਾਨੂੰ ਦਿਖਾਵਾਂਗੇ ਸਿਰਫ ਗਲੋਬਲ ਪੰਜਾਬ TV ਤੇ। ਔਰ ਇੱਕ ਐਸੀ ਤਸਵੀਰ ਹੈ, ਇੱਕ ਜਿਹੜਾ ਨੌਜਵਾਨ ਹੈ ਉਹ ਰੋਜ਼ਾਨਾ ਇੱਥੇ ਸਾਫ਼ ਸਫਾਈ ਦਾ ਉਹਨੇ ਕੰਮ ਹੈ ਜਿਹੜਾ ਸਾਂਭਿਆ ਹੋਇਆ। ਉਹਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਕਦੋਂ ਕਦੇ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੈਂ 7 ਤਰੀਕ ਇੱਥੇ ਹੈ ਜੀ। ਤੁਸੀਂ ਕਿੱਥੋਂ ਆਏ ਹੋ ਜੀ? ਮੈਂ ਕਹੇੜੀ ਪਿੰਡ ਡੰਗਰ ਰੱਖੇ ਹੋਏ, ਦੋਜੀ ਬੰਦਾ ਜੀ ਮੈਂ। ਜਿਹੜੀ ਪਿੰਡ ਤੋਂ? ਹਾਂਜੀ ਜੀ। ਇੱਥੇ ਆ ਕੇ ਕੀ ਕੰਮ ਕਰਦੇ ਹੋ? ਮੈਂ ਦੇਖਦੇ ਸੰਗਤ 'ਚ ਪੈਰ 'ਚ ਕੋਈ ਚੀਜ਼ ਨਾ ਵੱਜੇ, ਕਚਰਾ ਨਾ ਕਿਸੇ ਦੇ ਪੈਰ 'ਚ ਲੱਗੇ, ਵੀ ਕੁਛ ਦੇ ਨਹੀਂ ਸਕਦੇ, ਕੁਛ ਤਾਂ ਕਰ ਹੀ ਸਕਦੇ ਅਸੀਂ। ਫਿਰ ਮੈਂ ਸੋਚਿਆ ਵੀ ਆਹ ਕੰਮ ਸਭ ਤੋਂ ਵਧੀਆ ਰਹੂਗਾ ਤੇਰੇ ਵਾਸਤੇ। ਫਿਰ ਤੁਸੀਂ ਇਹ ਸੇਵਾ ਨੂੰ ਆਹ ਸੇਵਾ ਜੀ, ਹਾਂਜੀ 3 ਘੰਟੇ ਸਵੇਰੇ 3 ਘੰਟੇ ਸ਼ਾਮ ਨੂੰ ਜੀ। ਦੁੱਧ ਪਾ। ਤੁਹਾਡਾ ਦੁੱਧ ਦਾ ਕੰਮ? ਹਾਂ ਵੈਸੇ ਦੁੱਧ ਦਾ ਕੰਮ ਹੈ ਜੀ। ਉੱਥੋਂ ਟਾਈਮ ਕੱਢ ਕੇ ਆ ਕੇ ਫਿਰ ਇੱਥੇ ਮੈਂ ਦੁੱਧ ਪਾ ਜਾਂਦਾ ਡੈਰੀ 'ਚ, ਪਾ ਕੇ ਫਿਰ ਮੈਂ ਇੱਥੇ ਆ ਜਾਂਦਾ। ਹੁਣ 3 ਵਜੇ ਮਾਤਾ ਜੀ ਨੇ ਡੰਗਰ ਸਾਂਭ ਲੈਣੀ ਹੈ, ਪਾਣੀ ਪੱਠਾ ਬੱਚਿਆਂ ਨੇ ਕੱਖ ਪਾ ਲੈਣੀ ਹੈ। ਮੈਂ ਇੱਥੇ ਆ ਗਿਆ, 3 ਵਜੇ ਡੰਗਰ ਚੱਲ ਜਾਣਾ। ਭੱਜਦਾ ਪਹਿਲਾਂ 5 ਵਜੇ ਚੁਆਈ ਲਾਉਂਦਾ ਸੀ, ਹੁਣ 3:30 ਚੁਆਈ ਲਾ ਦੇਣੀ ਹੈ। 6 ਵਜੇ ਕੰਮ ਨਿਬੇੜ ਕੇ ਦੁੱਧ ਪਾ ਕੇ ਫਿਰ 6 6:30 ਇੱਥੇ ਆ ਜਾਣਾ। ਤੁਹਾਨੂੰ ਐਂ ਲੱਗਦਾ ਕਿ ਜਿਹੜਾ ਕੱਚ ਖਿੱਲਰਦਾ ਜਾਂ ਜਿਹੜੇ ਵੀ ਖਿੱਲਰ ਦਾ ਕੂੜਾ ਕਰਕਟ ਹੈ ਜੋ ਵੀ ਹੈ ਉਹ ਕਿਸੇ ਪੈਰ 'ਚ ਨਾ ਵੱਜੇ। ਸਾਡੇ ਹੱਥ ਤਾਂ ਜ਼ਰੂਰ ਵੱਜੇ। ਹੱਥ ਸਾਰੇ ਦੇਖੋ ਪੱਕ ਗਏ ਨੇ, ਮੂੰਹ ਪੱਕ ਗਿਆ ਹੈ। ਕੁੱਤੇ ਨੇ ਵੀ ਕੱਲ ਕੱਟ ਲਿੱਤਾ। ਤੁਸੀਂ ਨੰਗੇ ਪੈਰੀ ਕਿਉਂ ਘੁੰਮ ਰਹੇ ਹੋ? ਜ਼ਰੂਰ ਦੱਸਿਓ। ਮੇਰੇ ਮਨ ਦੀ ਭਾਵਨਾ ਜੀ, ਮੇਰੇ ਸਰੀਰ ਦੀ ਭਾਵਨਾ ਵੀ ਸੇਵਾ ਕਰਨੀ, ਨੰਗੇ ਪੈਰ ਕਰਨੀ ਨਹੀਂ, ਬੂਟ ਪਾ ਕੇ ਸੇਵਾ ਨਹੀਂ ਕਰਨੀ, ਫਿਰ ਸੇਵਾ ਲੱਗਣੀ ਨਹੀਂ ਮੇਰੀ। ਜਿੰਨੇ ਮੇਰੇ ਪੈਰ 'ਚ ਬਿੱਕਰਾ ਚੁੱਭਦੀ ਉਹ ਮੰਨੇ ਮੇਰੇ ਪਾਪ ਘਟੂਗੇ ਪਿੱਛੇ। ਮੈਂ ਉੱਪਰ ਜਾਣਾ ਹੈ, ਕਦੀ ਵੀ ਜਾ ਸਕਦਾ ਇਨਸਾਨ ਤਾਂ ਕਦੇ ਇੱਥੇ ਰਹੇਗਾ ਨਹੀਂ। ਮੇਰੇ ਉੱਪਰ ਪਾਪ ਘਟ ਜੇ ਮੈਂ ਕੋਈ ਪਾਪ ਕੀਤਾ ਹੈ ਤਾਂ। ਬੱਚਾ ਵੀ ਬੇਟੀ +2 ਪਾਸ ਹੈ, ਕਾਲਜ 'ਚ ਹੈ। ਬੇਟਾ ਵੀ +2 ਪਾਸ ਹੈ ਜੀ, ਘਰ ਵਾਲੀ ਵੀ ਪਾਸ ਹੈ, ਮੈਂ ਅਨਪੜ੍ਹ ਹੈ। ਪੰਜਾਬ 'ਚੋਂ ਕਿੱਥੋਂ ਜਾਂ ਸਿਰਫ ਪਹਿਲਾਂ ਹੀ ਇੱਥੋਂ ਸ਼ੁਰੂ ਤੋਂ ਹੀ? ਅਸੀਂ ਸੂਰਤ ਚੰਡੀਗੜ੍ਹ ਦੇ ਹੈ ਜੀ, ਹੈ ਅਸੀਂ ਪੰਜਾਬੀ। ਹਾਂਜੀ, ਕਿ ਜ਼ਮੀਨ ਨਹੀਂ ਜ਼ਮੀਰ ਤੇ ਹੈ ਹੀ ਸਾਡੇ ਕੋਲ। ਜਿਹੜਾ ਕਿਸਾਨਾਂ ਦੇ ਸੰਘਰਸ਼ 'ਚ ਨਾਰਾ ਚੱਲਿਆ। ਹਾਂਜੀ, ਜ਼ਮੀਨ ਤੇ ਜ਼ਮੀਰ ਤੇ ਹੈ ਹੀ ਹੈ। ਜੇ ਕੁਛ ਦੇ ਨਹੀਂ ਸਕਦੇ, ਕੁਛ ਤਾਂ ਇਸੇ ਸੇਵਾ ਕਰ ਸਕਦੇ। ਦੇਖੋ ਸਾਫ ਸਫਾਈ ਦੇਖੋ ਕਿੰਨੀ ਕਰੀ ਹੋਈ ਸੀ। ਮੈਂ ਆਂਦਾ ਝਾੜੂ ਵੀ ਲਾਉਂਦਾ, ਸਭ ਕੁਝ ਇੱਥੇ ਕਰਕੇ ਜਾਂਦਾ। ਮੇਰਾ ਲੋਕ ਮਜ਼ਾਕ ਉਡਾਉਂਦੇ ਸੀ ਕਈ ਬੰਦੇ, ਮੇਰੀ ਵੀਡੀਓ ਬੜੀ ਵਾਇਰਲ ਹੋ ਰਹੀਆਂ ਗੀ। ਲੋਕ ਹੁਣ ਉਹੀ ਮਜ਼ਾਕ ਵਾਲੇ ਮੇਰੇ ਹੱਥ ਬੰਨ੍ਹ ਕਹਿੰਦੇ ਕਾਕਾ ਜੀ ਸਾਥੇ ਗਲਤੀ ਹੋ ਗਈ। ਖਾਸ ਕਰ ਮੇਰੇ ਦੋਜੀ ਭਰਾ ਕਹਿੰਦੇ ਸੀ ਤੂੰ ਦੋਜੀ ਬੰਦਾ ਤੇ ਕੀ ਕੰਮ ਕਰਨ ਲੱਗ ਗਿਆ, ਕੀ ਤੇ ਕਰਿਆ ਵਾ। ਹੁਣ ਮੈਂ ਉਹੀ ਮੈਨੂੰ ਕਹਿੰਦੇ ਸਾਥੇ ਗਲਤੀ ਹੋ ਗਈ ਕਾਕਾ ਜੀ, ਵੀ ਤੁਹਾਡੀ ਸੇਵਾ ਤੇ ਪ੍ਰਸੰਨ ਹੋ ਗਏ। ਗਰੇਵਾਲ ਸਾਹਿਬ ਜੀ ਕਿਤੇ ਆਏ ਤੇ ਜੀ ਰਾਤ ਨੂੰ ਮੈਨੂੰ ਮਿਲ ਕੇ ਗਏ ਜੀ। ਨਾਈ ਮਸਤਾ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ। ਉਹਨੇ ਮੈਨੂੰ ਮੈਂ ਹੱਥ ਸਾਫ਼ ਕਰਨ ਲੱਗਾ ਨੇ ਕਹਿੰਦਾ ਤੂੰ ਵੀ ਫਿਕਰ ਮੈਂ ਫਿਕਰ, ਮੈਨੂੰ ਜੱਫੀ ਪਾ ਲਈ ਉਹਨੇ। ਸੰਗਤ ਬੜਾ ਪਿਆਰ ਕਰਦੀ ਹੈ ਮੈਨੂੰ ਬੇਹੱਦੀ। ਮੈਂ ਹੋਕਾ ਦੇ ਕੇ ਕਿਸੇ ਟੈਂਟ ਨਹੀਂ ਜਾਂਦਾ, ਹੋਕਾ ਦੇ ਕੇ ਬਾਹਰੀ ਸਮਾਨ ਮੰਗਾਉਂਦਾ। ਪਰ ਮੈਨੂੰ ਸੰਗਤ ਕਹਿੰਦੀ ਅੰਦਰ ਆ ਜਾਇਆ ਕਰ, ਤੂੰ ਬਾਹਰ ਨਾ ਰੋਕਾ ਦਿਆ ਕਰ, ਮਨ ਆ ਜੇ। ਔਰ ਤੁਸੀਂ ਕਹਿੰਦੇ ਹੋ ਕਿ ਕੋਈ ਪਾਪ ਆ ਜਿਹੜੇ ਸ਼ਾਇਦ ਉਹ ਮੇਰੇ ਕੱਟੇ ਜਾਣ। ਤੁਹਾਨੂੰ ਲੱਗਦਾ ਕਿ ਇਹ ਉਹ ਜਿਹੜਾ ਉਹ ਜਗ੍ਹਾ ਭਾਈ ਗੁਜ਼ਰ ਗਏ ਜੀ, 2 ਮੇਰੇ ਬ੍ਰਦਰ ਦੋਨੋਂ ਹੀ ਗੁਜ਼ਰ ਗਏ ਜੀ। ਡੈਡੀ ਮੇਰਾ ਗੁਜ਼ਰ ਗਿਆ, ਇਸ ਲਈ ਮੈਂ ਚਾਹੁੰਦਾ ਵੀ ਮੇਰੇ ਕੁਛ ਪਾਪ ਘਟ ਜੇ।
ਫਿਰ ਵੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੈ, ਬੜੀ એનર્ਜੀ ਦੇ ਨਾਲ ਆਉਂਦੇ ਹੋ, ਬੜੀ ਜੋਸ਼ ਦੇ ਨਾਲ ਆਉਂਦੇ ਹੋ ਨਾ ਸਵੇਰ ਜਦੋਂ ਤੁਸੀਂ ਆਵਾਜ਼ ਦਿੰਦੇ ਹੋ ਕਿ ਕੱਢ ਦਿਓ ਝੂਠੇ ਪਨ। हाँ झूठे कुछ झूठा कोई चीज़ झूठी चीज़ दे दो जी, होका देना जरूरी जी। ऐदा किसी टेंट थोड़ी जा सकते जी, ਅਸੀਂ रुक्का मारूंगे बंदे ਨੂੰ पता लगे भी हाँ भी कोई बंदा आया सी रुक्का होका दिया, ਉਹ जदी कहते काका जी आयो दो जी आ जाओ अंदर आ जाओ टेंट 'ਚ। ਉਹ ਹੁੱਕਾ ਕੀ ਹੈ ਜ਼ਰੂਰ ਇੱਕ ਵਾਰੀ ਸੰਗਤ ਜਾਂ ਜਿਹੜੇ ਦਰਸ਼ਕ ਵੀ ਸਾਡੇ ਦੇਖ ਰਹੇ ਆ ਉਹ ਵੀ ਸੁਣ ਲੈਣ, ਕਿਉਂਕਿ ਜਿਹੜੇ ਇੱਥੇ ਸਾਰੇ ਟੈਂਟ ਨੇ ਉਹਨਾਂ ਦੇ ਕੰਨਾਂ 'ਚ ਉਹ ਜ਼ਰੂਰ ਗੂੰਜਦਾ ਹੈ। होका झूठे भांडे झूठे गिलास झूठी चीज़ कोई जी पा दो जी, सेवादार आए जी। ਤਾਂ ਹੁਣ ਫਿਰ ਇਹ ਸੇਵਾ ਤੁਸੀਂ ਨਿਭਾਉਣੀ ਹੈ ਜਿੰਨਾ ਚਿਰ ਮੋਰਚਾ ਚੱਲੇਗਾ। जब तक मोर्चा जब तक मैं ਇੱਥੇ 3 ਘੰਟੇ ਸਵੇਰੇ 3 ਘੰਟੇ ਸ਼ਾਮ ਨੂੰ ਮੋਰਚਾ ਜ਼ਰੂਰ ਨਿਭਾਉਣਾ ਜੀ ਇੱਥੇ। ਹੋਰ ਕੁਝ ਕਹਿਣਾ ਚਾਹੁੰਦੇ ਹੋਊਗਾ? ਕਹਿਣਾ ਮੈਂ ਚਾਹੁੰਦਾ ਜੀ ਮੈਨੂੰ ਕੋਈ ਸੰਗਤ 10 ਢੋਲ ਇਹੋ ਜਿਹੇ ਦਵਾ ਦਿਓ, ਪੈਸਾ ਨਹੀਂ ਚਾਹੀਦਾ ਮੈਨੂੰ ਸਫਾਈ ਵਾਸਤੇ। ਮੈਂ ਇੱਥੇ ਲਾ ਕੇ ਲਾਣਾ ਜੀ ਜੁੱਠੇ ਭਾਂਡੇ ਜੁੱਠੇ ਗਲਾਸ, ਜੁੱਠੇ ਭਾਂਡੇ ਜੁੱਠੇ ਗਲਾਸ ਇਹਦੇ ਚ ਪਾ ਦਿਓ ਕਿ ਮੈਨੂੰ ਹੱਥਾਂ ਨੂੰ ਚੱਕਣੇ, ਚੱਕ ਕੇ ਆਪਣੇ ਮੋਢੇ ਰੱਖ ਕੇ ਦਰ ਦਰ ਗਿਰ ਕੇ ਫਿਰ ਦੂਆ ਚੱਕ ਲੈ, ਆ ਰੱਖ ਦੇ ਖਾਲੀ ਦੂਆ ਚੱਕ ਲੈ, ਦੂਆ ਚੱਕ ਲੈ ਜਾਂਦੇ। ਬਿਲਕੁਲ। ਅੱਛਾ ਹਾਂਜੀ, ਇਹ ਜੋ ਕਹਿਣਾ ਚਾਹੁੰਦੇ ਨੇ ਉਹ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਦੇ 10 ਢੋਲ ਮਿਲ ਜਾਣ ਤਾਂ ਮੋਰਚੇ ਦੇ ਵੱਖ-ਵੱਖ ਜਿਹੜੇ ਸਪੌਟ ਨੇ, ਲੰਬਾ ਮੋਰਚਾ ਤੇ ਤੁਸੀਂ ਕਹਿੰਦੇ ਰੱਖ ਦਿਓ ਵੱਖ-ਵੱਖ ਥਾਵਾਂ ਤੇ ਉਹ ਭਰੇ ਪਏ ਹੁਣ, ਤੁਸੀਂ ਬਸ ਸਵੇਰ ਆਪਣਾ ਕੰਮ ਆ ਉਹ ਜਿਹੜਾ ਉਹ ਚੱਕ ਕੇ ਨਿਬੇੜ ਦਿਓ। ਨਿਬੇੜ ਦਮਾ ਕੰਮ ਜੀ। ਮੈਨੂੰ ਬਹੁਤ ਉਹ ਸਿਰੇ ਤੇ ਸਿਰੇ ਤੱਕ ਜਾਣਾ ਪੈਂਦਾ, ਬੜੀ ਦਿੱਕਤ ਨੂੰ ਲੱਤ 'ਚ ਵੀ ਪ੍ਰੋਬਲਮ ਹੈ, ਨੰਗੇ ਪੈ ਰਹੇਗਾ ਬੜੀ ਦਿੱਕਤ ਹੈ। ਮੈਂ ਕਹਿੰਦਾ ਵੀ ਚੱਕਣੇ ਨਾਲੋਂ ਇਹਨੂੰ ਭਰੇ ਹੋਏ ਚੱਕ ਕੇ ਆਪਣੇ ਗੇ ਰਹੇ, ਖਾਲੀ ਰੱਖਦੇ ਦੂਆ ਫਿਰ ਗੇ ਰਹੇ ਆਪਣੇ। ਸਮਝਦਾਰ ਸੰਗਤ ਹੋ ਕੇ ਅਸੀਂ ਲਿਖ ਕੇ ਲਾ ਦੇਣਾ ਵੀ ਜੁੱਠੇ ਭਾਂਡੇ 'ਚ ਸਾਨੂੰ ਬਾਹਰ ਸਫਾਈ ਕਰਨੀ, ਨਾ ਕਚਰਾ ਹੋਊਗਾ ਨਾ ਕੂੜਾ ਹੋਊਗਾ, ਇਹਦੇ ਵਿੱਚ ਹੋਊਗਾ ਚੱਕ ਕੇ ਗੇ ਰਹਿਣੇ। ਤਾਂ ਬਿਲਕੁਲ ਜੀ। ਹੋਰ ਵੀ ਤੁਸੀਂ ਆਖਰ ਦੇ ਵਿੱਚ ਜੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਇਹ ਗੱਲ ਤੁਹਾਡੀ ਹੋ ਗਈ ਹੈ। ਅਸੀਂ ਮੈਂ ਇਹੀ ਕਹਿਣਾ ਚਾਹੁੰਦਾ ਸੰਗਤ ਨੂੰ, ਇੱਕ ਗਾਣਾ ਗਾਣਾ ਚਾਹੁੰਦਾ ਜੀ। ਕਦੇ ਮੱਥਾ ਖਾਂਦੇ ਨਾਲੇ ਕਦੇ ਓਏ ਸਰਾਂਦੇ ਨਾਲੇ, ਜੰਗਲਾਂ ਦਾ ਬਾਦਸ਼ਾਹ ਤਾਂ ਪਿਆ ਆਨੰਦ ਨਾਲ। ਬਸ ਇਹਨਾਂ ਕੀ ਐਨਾ ਜੀ। ਤਾਂ ਜੀ ਇਹ ਉਹ ਰੂਹਾਂ ਨੇ ਜਿਹੜੀਆਂ ਤੁਹਾਡੇ ਤੱਕ ਆਉਣੀਆਂ ਚਾਹੀਦੀਆਂ ਨੇ ਔਰ ਉਹਨਾਂ ਨੂੰ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਸਿਰਫ ਗਲੋਬਲ ਪੰਜਾਬ ਟੀਵੀ ਤੇ ਜੁੜੇ ਰਹੋ।